ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੋ ਪੜ੍ਹੋ ਗਾਵਹੋ ਸੁਣਹੁ ਪੜ੍ਹੋ ਨਿਤ ਭਾਈ। ਗੁਰਪੂਰੈ ਤੂੰ ਰਾਖਿਆ, ਰਹਾਉ ਸਾਚਾ ਸਾਹਿਬ ਅਮਿਤ ਵਡਾਈ। ਭਗਤ ਵਛਲ ਦਿਆਲਾ, ਸੰਤਾਂ ਕੀ ਪੈਜ ਰੱਖਦਾ ਆਇਆ। ਆਦ ਬਿਰਦ ਪ੍ਰਤਪਾਲਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ। ਸਰਬ ਵੇਲਾ ਮੁਖ ਪਾਵਹੁ, ਜਰਾ ਮਰਾ ਤਾਪ ਸਭ ਨਾਠਾ। ਗੁਣ ਗੋਬਿੰਦ ਨਿਤ ਗਾਵਹੁ, ਸੁਣੀ ਅਰਦਾਸ ਸੁਆਮੀ ਮੇਰਾ। ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ, ਸੁਣੀ ਅਰਦਾਸ ਸੁਆਮੀ ਮੇਰਾ। ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ 'ਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ
ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ, ਸਾਡੇ ਵਾਸਤੇ ਉਪਦੇਸ਼ ਮਿਲਦਾ ਹੈ ਇੱਕ ਜੀਵਨ ਦਾ, ਜਿੱਥੇ ਮਹਾਰਾਜ ਕਹਿੰਦੇ ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਜਿਸ ਹਿਰਦੇ ਵਿੱਚ ਵਾਹਿਗੁਰੂ ਚੇਤੇ ਵਿੱਚ ਆ ਜਾਂਦਾ, ਚਿੱਤ ਵਿੱਚ ਆ ਜਾਂਦਾ ਹੈ, ਜਿਸ ਚਿੱਤ ਵਿੱਚ ਵਾਹਿਗੁਰੂ ਜੀ ਕਾ ਨਾਮ ਹੋਵੇਗਾ ਤੇ ਕਹਿੰਦੇ ਨੇ ਫਿਰ ਸੋ ਘਰ, ਉਸ ਹਿਰਦੇ ਘਰ ਨੂੰ ਵਾਹਿਗੁਰੂ ਜੀ ਆਪ ਵਸਾਉਂਦੇ ਨੇ। ਵਸਾਉਣ ਦਾ ਮਤਲਬ ਦਾ ਆਬਾਦ ਕਰ ਦਿੰਦੇ ਨੇ, ਉੱਥੇ ਪਰੇਸ਼ਾਨੀਆਂ ਦੁੱਖ ਸੰਤਾਪ ਨਹੀਂ ਰਹਿੰਦੇ। ਜਿਵੇਂ ਅਸੀਂ ਕਹਿੰਦੇ ਫਲਾਣਾ ਘਰ ਆਬਾਦ ਹੈ, ਵਸਦਾ ਹੈ ਭਾਈ, ਵਸਦੇ ਰਸਤੇ ਘਰ ਵਿੱਚ ਚੜ੍ਹਦੀ ਕਲਾ ਹੈ, ਖੁਸ਼ੀਆਂ ਨੇ, ਖੇੜੇ ਨੇ, ਵਸਦੇ ਹਿਰਦੇ ਵਿੱਚ ਵੀ ਇਹੀ ਹੈ। ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਤੇ ਉਹਦੇ ਸਦਕੇ ਜੀਵ ਨੂੰ ਕੀ ਮਿਲਦਾ ਹੈ? ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਫਿਰ ਕੋਈ ਸਹਿਸਾ ਬਾਕੀ ਨਹੀਂ ਰਹਿੰਦਾ, ਮਨ ਸ਼ਾਂਤ ਤੇ ਅਡੋਲ। ਗੁਰਦੇਵ ਕਿਰਪਾ ਕਰਨ ਇਸ ਅਵਸਥਾ ਸਾਨੂੰ ਸਾਰਿਆਂ ਨੂੰ ਮਿਲੇ। ਇਹ ਵਡੇਰੇ ਗੁਰਮੁਖਾਂ ਦੀ ਅਵਸਥਾ, ਗੁਰਸਿੱਖਾਂ ਦੀ ਅਵਸਥਾ ਹੈ, ਜੋ ਹਰ ਸਮਾਜਿਕ ਉਤਾਰ ਚੜ੍ਹਾਅ ਦੇ ਵਿੱਚ ਇੱਕ ਸਮਾਨ ਰਹਿੰਦੇ ਨੇ, ਸੁਖ ਸਾਗਰ ਦੇ ਨਾਲ ਜੁੜੇ ਰਹਿੰਦੇ ਨੇ, ਕਿਉਂਕਿ ਹਰ ਕੇ ਨਾਮ ਕੀ ਵਡਿਆਈ ਹੈ ਹੀ ਬਹੁਤ ਵੱਡੀ। ਅੱਜ ਇਹੀ ਪ੍ਰਾਪਤ ਕਰਨ ਦੀ ਇੱਕ ਜੁਗਤ ਸਾਨੂੰ ਮਿਲ ਰਹੀ ਸਿੱਧੇ ਤੌਰ 'ਤੇ। ਅੱਜ ਦਾ ਪਾਵਨ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ ਹੈ, ਇਹ ਇੱਕ ਤਰੀਕੇ ਦੇ ਨਾਲ ਜੁਗਤ ਹੈ, ਹੁਕਮੀ ਅੰਦਾਜ਼ ਵਿੱਚ ਹੈ, ਆਪਣਾ ਅਨੁਭਵ ਵੀ ਦੱਸਿਆ। ਕਿਉਂਕਿ ਜਦੋਂ ਗੁਰਬਾਣੀ ਵਿੱਚ ਆਪਣੇ ਪ੍ਰਤੀ ਕੋਈ ਬਚਨਾ ਸ਼ਬਦਾਵਲੀ ਆਉਂਦੀ ਹੈ, ਤੇ ਦਾ ਮਤਲਬ ਮਹਾਰਾਜ ਉੱਥੇ ਆਪਣੇ ਆਪ ਨੂੰ ਸਾਡੇ ਵਾਸਤੇ ਵਰਤ ਰਹੇ ਨੇ ਤੇ ਸਾਨੂੰ ਕੁਝ ਮੱਤ ਦੇ ਰਹੇ ਨੇ। ਕਦੇ ਕਦੇ ਬਾਣੀ ਨੂੰ ਪੜ੍ਹਦਿਆਂ ਕੁਝ ਰੂਪਕ ਬਣਦੇ ਨੇ। ਇੱਕ ਰੂਪਕ ਬਹੁਤ ਵੱਡਾ ਜੋ ਆਮ ਕਵੀਆਂ ਦੇ ਕਲਾਵਾਂ 'ਚ ਨਹੀਂ ਮਿਲੇਗਾ। ਉਸ ਅਲੰਕਾਰਕ ਤਰੀਕੇ ਤੋਂ ਉੱਚਾ ਉੱਠਾਂਗੇ ਨਾ, ਤੇ ਸਾਨੂੰ ਕਦੇ ਕਦੇ ਬਾਣੀ ਪੜ੍ਹਦਿਆਂ ਜੇ ਮਹਿਸੂਸ ਹੁੰਦਾ ਹੈ, ਸ਼ਾਇਦ ਆਪ ਨੂੰ ਵੀ ਕਦੇ ਕਦੇ ਹੋਇਆ ਹੋਵੇ ਕਿ ਜਿਵੇਂ ਸਾਨੂੰ ਲੈ ਕੇ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਿੱਧੇ ਦਰ 'ਤੇ ਲੈ ਜਾਂਦੇ ਨੇ ਤੇ ਸਾਡੀ ਵਕਾਲਤ ਕਰ ਰਹੇ ਹੁੰਦੇ ਨੇ। ਅਕਾਲ ਪੁਰਖ ਅੱਗੇ ਅਰਦਾਸ ਹੋ ਰਹੀ ਹੈ ਤੇ ਕਦੇ ਅਰਦਾਸ ਕਰਦਿਆਂ ਅਗਲੀ ਤੁਕ ਦੇ ਵਿੱਚ ਸਾਨੂੰ ਮੁਖਾਤਬ ਹੋ ਕੇ ਕਹਿੰਦੇ ਤੂੰ ਕੀ ਕਰਦਾ, ਤੇ ਫਿਰ ਅਗਲੀ ਤੁਕ 'ਚ ਕਹਿੰਦੇ ਵਾਹਿਗੁਰੂ ਤੁਸੀਂ ਤੇ ਕਿਰਪਾ ਕਰਦੇ ਹੋ ਨਾ। ਇਹ ਜੀ ਭੁੱਲਣਹਾਰ ਹੈ, ਪਰ ਹੈ ਤੇ ਤੁਹਾਡਾ ਹੀ ਨਾ। ਇਸ ਦਾ ਰੂਪਕ ਅਸੀਂ ਪਰਿਵਾਰਾਂ 'ਚ ਵੀ ਦੇਖਦੇ ਹਾਂ, ਔਰ ਇਹ ਪਰਿਵਾਰਕ ਰੂਪਕ ਹੀ, ਕਿਉਂਕਿ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਪਰਿਵਾਰਕ ਰੂਪਕਾਂ ਨੂੰ ਹੀ ਨਿਰੰਕਾਰੀ ਮੰਡਲਾਂ ਦੇ ਵਿੱਚ ਵਰਤਿਆ ਹੈ। ਕਈ ਵਾਰ ਐਸਾ ਦੇਖਿਆ ਹੈ ਕਿ ਸਾਡੀ ਸ਼ਿਕਾਇਤ ਵੀ ਹੋ ਰਹੀ ਹੈ, ਸਾਨੂੰ ਡਾਂਟ ਵੀ ਪੈ ਰਹੀ ਹੈ, ਪਰ ਨਾਲ ਸਾਡੇ ਵਾਸਤੇ ਸਿਫਾਰਿਸ਼ ਵੀ ਹੋ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਕੀ। ਕਿਉਂਕਿ ਗੁਰੂ ਜੋ ਹੈ ਬਹੁਤ ਰੂਪਾਂ 'ਚ ਵਰਤਦੇ ਨੇ। ਗੁਰੂ ਅਕਾਲ ਪੁਰਖ ਵਾਹਿਗੁਰੂ ਜਦ ਇੱਕ ਸਪਾਟ ਸਥਿਰ ਸਰੂਪ ਹੁੰਦਾ ਹੈ ਆਨੰਦ, ਤੇ ਗੁਰੂ ਦਾ ਜੋ ਸਰੂਪ ਹੈ ਨਾ ਬਹੁਤ ਆਯਾਮੀ ਹੈ। ਕਿਤੇ ਉਹ ਪਰਿਵਾਰ ਦੇ ਵਿੱਚ ਬੈਠੇ ਨੇ, ਕਿਤੇ ਜੰਗ ਵਿੱਚ ਬੈਠੇ ਨੇ, ਕਿਤੇ ਤਤੀ ਤਵੀ 'ਤੇ ਬੈਠੇ ਨੇ, ਕਿਤੇ ਮਾਛੀਵਾੜੇ ਬੈਠੇ ਨੇ, ਕਿਤੇ ਦੂਰ ਦੁਰਾਡੇ ਸਮੁੰਦਰਾਂ 'ਚ ਵਿਚਰਦੇ ਨੇ। ਗੁਰੂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸੰਸਾਰ ਦੇ ਜੋ ਵਰਤਣਾ ਵਰਤਾਈਆਂ ਨੇ ਸਾਡੇ ਵਾਸਤੇ ਨੇ। ਕੇਵਲ ਇਹ ਨਹੀਂ ਕਿ 250 ਸਾਲ ਮਹਾਰਾਜ ਜੀ ਨੇ ਗੁਰੂ ਨਾਨਕ ਜੋ 10 ਜਾਮੇ ਲੈ ਕੇ ਵਰਤਾਏ ਨੇ, ਔਰ ਇਹਦਾ ਮਤਲਬ ਕੋ ਦਾ ਐਂਡ ਥੋੜ੍ਹਾ ਹੋ ਗਿਆ ਕਿ ਤੋਂ ਬਾਅਦ ਨਹੀਂ। ਗੁਰੂ ਸਦਾ ਅੰਗ ਸੰਗ ਹੈ, ਅਸੀਂ ਜਿੱਥੇ ਵੀ ਕਿਤੇ ਹੋਵਾਂਗੇ ਗੁਰੂ ਨਾਲ ਵਰਤਦੇ ਨੇ। ਅੱਜ ਉਹੀ ਇੱਕ ਮਿੱਠਾ ਜਿਹਾ ਅਨੁਭਵ ਹੈ, ਔਰ ਹੈ ਤੇ ਗੁਰਮੁਖਾਂ ਦਾ। ਮਹਾਰਾਜ ਨੇ ਵਰਤ ਕੇ ਦੱਸਿਆ ਭਾਈ ਤੁਹਾਨੂੰ ਕਿਵੇਂ ਬਖਸ਼ਿਸ਼ਾਂ ਮਿਲਦੀਆਂ ਨੇ, ਕਿਵੇਂ ਪ੍ਰਾਪਤ ਹੁੰਦੀਆਂ ਨੇ। ਕਹਿਣ ਲੱਗਿਆ ਕਿਤੇ ਆਪਾਂ ਇੱਦਾਂ ਕਰ ਸਕੀ ਕਿ ਜੁਗਤ ਵੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਹਾਰਾਜ ਕਹਿਣ ਲੱਗੇ ਭਾਈ ਅਸੀਂ ਇੱਦਾਂ ਕੀਤਾ, ਤੁਸੀਂ ਵੀ ਕਰ ਲਓ। ਮਹਾਰਾਜ ਤੁਸਾਂ ਕੀ ਕੀਤਾ ਹੈ? ਅਸਾਂ ਇਸ਼ਨਾਨ ਕੀਤਾ, ਜੋ ਨਾ ਰੋਜ਼ਮर्रा ਨਿਤਨੇਮ
ਅਸੀਂ ਨਿਤਨੇਮ ਅਲੱਗ ਰੂਪਾਂ 'ਚ ਕਹਿੰਦੇ ਹਾਂ ਕਿ ਕੁਝ ਬਾਣੀਆਂ ਪੜ੍ਹ ਕੇ ਨਿਤਨੇਮ ਕੀਤਾ, ਭਾਵ ਜੋ ਰੋਜ਼ ਕਰਨਾ ਹੈ। ਬਾਣੀਆਂ ਰੋਜ਼ ਪੜ੍ਹਨੀਆਂ ਉਹ ਨਿਤਨੇਮ ਦਾ ਇੱਕ ਅੰਗ ਹੈ। ਨਿਤਨੇਮ ਦੇ ਹੋਰ ਕਈ ਪੱਖ ਨੇ ਜੋ ਸਰੀਰ ਨਾਲ ਸੰਬੰਧ ਰੱਖਦੇ ਨੇ, ਜਿਹਨੂੰ ਤਨ ਤੇ ਮਨ ਦੇ ਨਾਲ ਸੰਬੰਧ ਰੱਖਦੇ ਨੇ। ਕਿਉਂਕਿ ਸਾਰੀ ਸਾਡੀ ਦਿਨਚਰਿਆ, ਦਿਨ ਦੀ ਕਾਰ ਵਿਹਾਰ ਬਣਤਰ ਤਨ ਤੋਂ ਆਰੰਭ ਹੁੰਦੀ ਹੈ, ਤਨ ਦੇ ਨਾਲ ਮਨ ਕਰਕੇ ਆਰੰਭ ਹੁੰਦੀ ਹੈ। ਤੇ ਸਭ ਤੋਂ ਪਹਿਲਾਂ ਤਨ ਸੁਚੇਤ ਹੈ ਨਾ, ਇਹਨੂੰ ਸੁਚੇਤ ਕਰੀਏ। ਕਹਿਣ ਲੱਗੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਭਏ ਦਾ ਮਤਲਬ ਹੈ ਹੋ ਗਏ। ਮਹਾਰਾਜ ਕਹਿਣ ਲੱਗੇ ਭਾਈ ਅਸਾਂ ਤੇ ਕੀਤਾ ਵੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਨ ਕੀਤਾ, ਪ੍ਰਭੂ ਦਾ ਸਿਮਰਨ ਕੀਤਾ, 2 ਇਹ ਕੰਮ ਕੀਤੇ। ਤੇ 2 ਕੰਮ ਕਾਹਦੇ ਨੇ? ਤਨ ਤੇ ਮਨ ਦੇ, ਮਨ ਤੇ ਤਨ ਦੇ। ਇਸ਼ਨਾਨ ਤਨ ਦਾ ਹੈ, ਸਿਮਰਨ ਮਨ ਦਾ। ਇਹ ਬਸ ਇਹ ਸਾਨੂੰ ਸਮਝ ਆ ਜਾਏ। ਨਿਰਾ ਇਸ਼ਨਾਨ ਕੋਈ ਕੀਮਤਾਂ ਬਹੁਤੀਆਂ ਮਨ ਕਰਕੇ ਨਹੀਂ ਦੇਵੇਗਾ, ਕਿਉਂਕਿ ਇਸ਼ਨਾਨ ਕੇਵਲ ਸਰੀਰ ਨੂੰ ਸਵਸਥ ਕਰੇਗਾ। ਇਸ਼ਨਾਨ ਕੇਵਲ ਸਰੀਰ ਨੂੰ ਸਾਫ ਸੁਥਰਾ ਕਰੇਗਾ। ਸਰੀਰ ਦੇ ਸਾਫ ਸੁਥਰੇ ਤੇ ਚੇਤਨ ਹੋਣ ਦਾ ਅਸਰ ਮਨ ਤੇ ਪਏਗਾ। ਮਨ ਦੀ ਬੋਝਲਤਾ ਘਟ ਜਾਂਦੀ ਹੈ, ਮਨ ਸ਼ਾਂਤ ਹੋਣ ਲੱਗ ਪੈਂਦੇ। ਠੀਕ ਹੈ ਕਿ ਜਦੋਂ ਅਸੀਂ ਪੂਰਨ ਇਸ਼ਨਾਨ ਕਰਦੇ ਹਾਂ ਤੇ ਉਦੋਂ ਭਟਕਦੇ ਹੋਏ ਮਨ ਨੂੰ ਠਹਿਰਾਓ ਮਿਲਦਾ ਹੈ, ਕਿਉਂਕਿ ਮਨ ਤਨ ਦੇ ਵਿੱਚ ਹੈ। ਤੇ ਜੇ ਤਨ ਦੇ ਵਿੱਚ ਭਟਕਣਾਵਾਂ ਨੇ, ਤਨ ਵਿੱਚ ਗਰਮੀ ਹੈ, ਤਨ ਵਿੱਚ ਤਮਾਮ ਪ੍ਰਕਾਰ ਦੇ ਰੋਗ ਨੇ, ਵਿਕਾਰ ਨੇ, ਤੇ ਉਹਨਾਂ ਦਾ ਸਿੱਧਾ ਅਸਰ ਮਨ ਤੇ ਪੈਂਦਾ ਹੈ। ਸਿਆਣੇ ਤੇ ਇੱਥੋਂ ਤੱਕ ਮੰਨਦੇ ਨੇ, ਜਿਸ ਤਰ੍ਹਾਂ ਤਨ ਤੇ ਕੋਈ ਵੱਡੀ ਪੀੜਾ ਹੋਵੇ, ਵੱਡਾ ਰੋਗ ਹੋਵੇ ਤੇ ਮਨ ਬੇਚੈਨ ਰਹਿੰਦਾ, ਮਨ ਟਿਕਦਾ ਨਹੀਂ, ਇਸੇ ਤਰ੍ਹਾਂ ਮਨ ਵਿੱਚ ਕੋਈ ਪੀੜਾ ਹੋਵੇ, ਮਨ ਵਿੱਚ ਕੋਈ ਬੇਚੈਨੀ ਹੋਵੇ ਤੇ ਉਹ ਤਨ ਤੇ ਪ੍ਰਗਟ ਹੋਣ ਲੱਗ ਪੈਂਦੀ ਹੈ। ਬਹੁਤ ਵਾਰ ਅਸੀਂ ਆਪਣੇ ਘਰ ਪਰਿਵਾਰਾਂ 'ਚ ਵੇਖਿਆ ਹੋਣਾ ਹੈ, ਕਿਸੇ ਘਰ ਵਿੱਚ ਕਿਤੇ ਕੋਈ ਵੱਡਾ ਭਾਣਾ ਵਰਤ ਜਾਂਦਾ ਹੈ, ਘਾਟਾ ਨਫਾ ਵਪਾਰ ਦਾ ਹੋ ਗਿਆ, ਪਰਿਵਾਰ ਦਾ ਹੋ ਗਿਆ, ਤੇ ਕੁਝ ਸਮੇਂ ਬਾਅਦ ਵੇਖੀਦਾ ਇੱਕ ਪਰਿਵਾਰ ਦਾ ਕੋਈ ਮੁਖੀ ਜੀ ਵਿਚਾਰਾ ਬਿਮਾਰ ਪਿਆ, ਮੰਜੇ 'ਤੇ ਲੱਗ ਗਿਆ, ਸਰੀਰ ਕਮਜ਼ੋਰ ਹੋ ਗਿਆ, ਤੇ ਸਿਆਣੇ ਇਕੱਠੇ ਹੋ ਕੇ ਕਹਿੰਦੇ ਨੇ ਇਹਨੇ ਮਨ 'ਤੇ ਗੱਲ ਆ ਲਈ। ਵਰਤੀ ਤੇ ਵਪਾਰਕ ਘਟਨਾ ਸੀ, ਪਰ ਲੱਗ ਗਈ ਮਨ 'ਤੇ। ਮਨ 'ਤੇ ਲੱਗੀ ਤੇ ਅਸਰ ਕਿੱਥੇ ਪਿਆ? ਤਨ 'ਤੇ। ਹੁਣ ਤਨ ਮੰਜੇ 'ਤੇ ਪਿਆ ਹੋਇਆ, ਤਨ ਦੀ ਕਾਰਵਾਈ ਸਲੋ ਹੋ ਗਈ, ਉੱਠਣਾ ਬੈਠਣਾ, ਬਿਮਾਰ ਹੋ ਗਏ, ਰੋਗ ਲੱਗ ਗਏ ਨੇ, ਕਿਉਂਕਿ ਤਨ ਤੇ ਮਨ ਦੇ ਬਹੁਤ ਗਹਿਰੇ ਸੰਬੰਧ ਨੇ। ਅੱਜ ਮਹਾਰਾਜ ਸਾਨੂੰ ਇੱਕ ਜੁਗਤ ਕਰਿਆ ਕਰੀ ਕਿਤੇ ਸੀ ਵੀ। ਪੁਰਾਣੇ ਬਜ਼ੁਰਗ ਪੜ੍ਹਦੇ ਹੁੰਦੇ ਸੀ, ਹੁਣ ਥੋੜ੍ਹਾ ਜਿਹਾ ਅਸੀਂ ਹਟੇ ਹਾਂ, ਪੜ੍ਹਿਆ ਕਰੀਏ ਕਦੇ ਕਦੇ, ਚਲੋ ਚਿੱਤ ਲਾ ਕੇ ਮੌਜ ਆ ਜਦੋਂ ਪੜ੍ਹ ਲਿਆ ਕਰੀਏ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ। ਇਹ ਸਾਡੇ ਵਾਸਤੇ ਇੱਕ ਰੋਡ ਮੈਪ ਹੈ ਵੀ ਇੱਦਾਂ ਕੀਤਾ ਜਾਂਦਾ ਹੈ। ਵਡੇਰੇ ਬਜ਼ੁਰਗ ਇੱਦਾਂ ਕਰਦੇ ਰਹੇ ਨੇ ਸਾਡੇ, ਤੇ ਕਰਨਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰਨਾਉ। ਨਤੀਜਾ ਕੀ ਮਿਲੇਗਾ? ਸਤਿਗੁਰ ਸੇ ਧੀਰਤਿਆ ਦਰਗਾਹ ਪਾਈਏ ਠਾਉ। ਆਖਰੀ ਅਸੀਂ ਦਰਗਾਹ ਦੀ ਗੱਲ ਕਰਦੇ ਹਾਂ ਨਾ, ਅਖੀਰ ਤੇ ਗੱਲਾਂ ਬਾਤਾਂ ਸਾਰੀਆਂ ਗਿਆਨ ਫਿਲਾਸਫੀ ਦੀਆਂ ਕਰਨ ਤੋਂ ਬਾਅਦ ਕੀ ਕਿਨੇ ਪਾਤਸ਼ਾਹ ਦੇ ਚਰਨਾਂ 'ਚ ਨਿਵਾਸ। ਜਦੋਂ ਸਾਡੇ 'ਚੋਂ ਕੋਈ ਜੀ ਚਲਾਣਾ ਕਰ ਜਾਂਦਾ ਹੈ ਤੇ ਫਿਰ ਅਲਟੀਮੇਟ ਅਸੀਂ ਇਕੱਠੇ ਹੋ ਕੇ ਪਰਿਵਾਰ ਦੇ ਕੀ ਹੁਣ ਤੇ ਨਹੀਂ ਕਹਿੰਦੇ ਨਾ ਕਿ ਤੈਨੂੰ ਬਹੁਤ ਸੁੱਖ ਮਾ ਮਿਲੇ, ਆ ਮਿਲੇ, ਆ ਮਿਲੇ। ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨੂੰ ਦੁਨੀਆ ਦੀ ਜਿੰਨੀਆਂ ਕੁ ਸਾਡੀਆਂ ਕਾਰਵਾਈਆਂ ਸੀ ਇਹਨਾਂ ਤੋਂ ਮੁਕਤ ਹੋ ਗਿਆ, ਆਜ਼ਾਦ ਹੋ ਗਿਆ। ਹੁਣ ਇਹਦੇ ਕੋਲ ਕੇਵਲ ਇੱਕ ਚੀਜ਼ ਹੈ ਜੋ ਅਸੀਂ ਬੇਨਤੀ ਕਰਦੇ ਹਾਂ, ਜਿਹੜੀ ਪ੍ਰਾਪਤ ਹੋ ਜਾਏ, ਤੇ ਇੱਕ ਚੀਜ਼ ਹੈ ਜਿੱਥੋਂ ਬਚ ਜਾਏ, ਉਹ ਹੈ ਜਨਮ ਮਰਨ ਦੇ ਚੱਕਰ ਤੋਂ ਬਚ ਜਾਏ ਤੇ ਗੁਰੂ ਕੇ ਚਰਨਾਂ 'ਚ ਥਾਂ ਮਿਲ ਜਾਏ। ਤੇ ਇਹ ਦੋਨੋਂ ਦਰਗਾਹ ਨਾਲ ਸੰਬੰਧਿਤ ਨੇ ਕਿ ਦਰਗਾਹ ਤੋਂ ਹੀ ਹੁਕਮ ਜਾਰੀ ਹੋਣਾ ਹੈ ਚਰਨਾਂ 'ਚ ਨਿਵਾਸ ਦਾ, ਤੇ ਦਰਗਾਹ ਤੋਂ ਹੀ ਹੁਕਮ ਜਾਰੀ ਹੋਣਾ ਹੈ ਜਨਮਾਂ ਤੇ ਮਰਨਾਂ ਦੀ ਭਟਕਣਾ ਦਾ। ਔਰ ਇਹਦੇ ਦਰਸ਼ਨ ਬਹੁਤ ਵਾਰ ਗੁਰਬਾਣੀ ਦੇ ਲੱਖ ਲੱਖ ਪੌੜੀਆਂ ਸ਼ਬਦਾਂ 'ਚ ਪੜ੍ਹੇ ਨੇ। ਅਸੀਂ ਆਖਰੀ ਦਰਗਾਹ ਦੀ ਗੱਲ ਕਰਦੇ ਹਾਂ, ਕਿਉਂਕਿ ਦਰਗਾਹ 'ਤੇ ਲੇਖਾ ਸਭ ਦਾ ਹੋਣਾ ਹੈ, ਤੇ ਔਰ ਇਹ ਸਾਰੇ ਤਨ ਮਨ ਦੇ ਸੰਬੰਧ ਨੇ। ਮਹਾਰਾਜ ਕਹਿਣ ਲੱਗੇ ਅੱਜ ਇੱਥੇ ਪਹੁੰਚ ਸਕੀਏ, ਇਸ ਨਿੱਜ ਜੁਗਤ ਨੂੰ ਅਪਣਾ ਲਿਆ ਕਰੀਏ। ਰੋਜ਼ ਗੁਰਸਿੱਖ ਅਪਣਾਉਂਦੇ ਨੇ ਨਾ,
जे किसी ਨੂੰ ਮਤ ਉਪਦੇਸ਼ ਕੋਈ ਪੁੱਛਦਾ ਵੀ ਗੁਰਮਤਿ ਵਿੱਚ ਕੀ, ਤੇ ਭਾਈ ਅਰਥ ਸ਼ਬਦ ਪੜ੍ਹ ਕੇ ਆਪਾਂ ਸੁਣਾ ਸਕਦੇ ਹਾਂ। ਇੱਦਾਂ ਕਰ ਲਿਆ ਕਰ ਭਾਈ ਤੂੰ ਵੀ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਭਾਈ ਇਸ਼ਨਾਨ ਕਰਿਆ ਕਰ। ਇਸ਼ਨਾਨ ਕਰਕੇ ਨਾ ਦੁਨੀਆ ਭਰ ਦੇ ਕਰਮ ਕਾਂਡਾਂ 'ਚ ਮਤ ਉਲਝ ਜਾਇਆ ਕਰ, ਪਰਮਾਤਮਾ ਦੇ ਸਿਮਰਨ 'ਚ ਬੈਠ ਜਾਇਆ ਕਰ। ਔਰ ਇਹੀ ਸਾਡੀ ਗੁਰਮਤਿ ਦੀ ਜੁਗਤ ਹੈ। ਸਿਆਣੇ ਕਹਿੰਦੇ ਨੇ ਇਸ਼ਨਾਨ ਪਾਨ ਕਰੋ, ਸੁਚੇਤ ਹੋਵੋ, ਪਰਮਾਤਮਾ ਦੇ ਸਿਮਰਨ ਵਿੱਚ ਬੈਠ ਜਾਓ। ਕੁਝ ਸਮਾਂ ਐਸਾ ਕੱਢੋ ਜਿਸ ਸਮੇਂ ਦੇ ਵਿੱਚ ਕੋਈ ਬਹੁਤ ਵੱਡੇ ਗਿਆਨ ਫਿਲਾਸਫੀ ਦੇ ਵਿਚਾਰ ਨਾ ਹੋਵਣ। ਮਹਾਰਾਜ ਦਾ ਤੇ ਬਚਨ ਇੱਥੋਂ ਤੱਕ ਕਿ ਉਸ ਸਮੇਂ ਤੁਸੀਂ ਕੋਈ ਲਮੇਰੀ ਬਾਣੀ ਦਾ ਪਾਠ ਵੀ ਨਾ ਕਰ ਰਹੇ ਹੋ, ਕਿਉਂਕਿ ਲਮੇਰੀ ਬਾਣੀ ਦੇ ਪਾਠ ਦੇ ਨਾਲੇ ਵਿਚਾਰ ਚੱਲ ਰਹੇ ਹੁੰਦੇ ਨੇ। ਉਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਵਿਰਾਮ ਦੇ ਕੇ ਸੰਕੋਚ ਕੇ ਕੇਵਲ ਵਾਹਿਗੁਰੂ ਜੀ ਦੇ ਨਾਮ 'ਤੇ ਟਿਕਣਾ ਹੈ। ਜਿਹਨੂੰ ਅਸੀਂ ਕਹਿੰਦੇ ਹਾਂ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭੜਕੇ ਉੱਠ ਹਰ ਨਾਮ 'ਤੇ ਆਵੈ। ਬਈ ਜੋ ਆਪਣੇ ਆਪ ਨੂੰ ਗੁਰਸਿੱਖ ਕਹਿੰਦਾ ਨਾ, ਉਹ ਆਹ ਕੰਮ ਕਰੇ। ਭੜਕੇ ਦਾ ਮਤਲਬ ਅਗਲੇ ਦਿਨ, ਜਿਸ ਦਿਨ ਤੁਸੀਂ ਆਪਣੀ ਨੀਂਦ ਪੂਰੀ ਕਰਕੇ ਉੱਠੇ ਹੋ ਕੀ ਕਰੀਏ? ਉੱਠਦਿਆਂ ਰੱਬ ਦਾ ਸਿਮਰਨ, ਵਾਹਿਗੁਰੂ ਦੇ ਸਿਮਰਨ 'ਚ ਪੈ ਜਾਓ। ਧਿਆਵਣਾ ਹੈ, ਜਪਣਾ ਨਹੀਂ। ਯਾਦ ਰੱਖਣਾ, ਇਹ ਨਿੱਕਾ ਜਿਹਾ ਭੇਤ ਹੈ। ਉਸ ਵਕਤ ਜਾਪ ਨਹੀਂ ਕਰਨਾ, ਜਪਣਾ ਨਹੀਂ। ਪਾਵਜ ਵਾਹਿਗੁਰੂ 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 ਵਾਹਿਗੁਰੂ, ਉੱਚੀ ਰਟੰਤ ਧੁਨ ਨਹੀਂ ਲਾਉਣੀ ਕਿ ਅੱਧਾ ਟੱਬਰ ਜਾਗ ਪਵੇ, ਨਹੀਂ। ਧਿਆਵਣਾ ਹੈ, ਮਨ ਕਰਕੇ ਧਿਆਵਣਾ ਹੈ। ਬਸ ਅੰਦਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰਦੇ ਪਏ ਹੋ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭੜਕੇ ਉੱਠ ਹਰ ਨਾਮ 'ਤੇ ਆਵੈ। ਸਭ ਤੋਂ ਪਹਿਲਾਂ ਚੇਤਨਾ ਆਉਂਦਿਆਂ ਹੀ ਪਰਮਾਤਮਾ ਦੇ ਸ਼ੁਕਰਾਨੇ 'ਚ, ਪਰਮਾਤਮਾ ਦੇ ਧਿਆਨ 'ਚ, ਪਰਮਾਤਮਾ ਦੇ ਪਿਆਰ 'ਚ ਕੁਝ ਸਮਾਂ। ਇੱਥੇ ਪਾਬੰਦੀ ਨਹੀਂ ਹੈ ਕਿ ਤੁਸੀਂ ਕਿਤਨਾ ਸਮਾਂ ਬੈਠਣਾ। ਅੱਜ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਸਿਆਣੇ ਡਾਕਟਰਾਂ ਨਾਲ ਬਹਿ ਕੇ ਵਿਚਾਰਾਂ ਕਰਦੇ ਹਾਂ, ਜਿੱਥੇ ਕਈ ਵਾਰ ਸਾਈਕੋਲੋਜੀ ਵਾਲੇ ਅਤੇ ਤਮਾਮ ਫਿਜ਼ੀਸ਼ੀਅਨ ਬੈਠਦੇ ਨੇ, ਉਹ ਸਾਰੇ ਕਹਿੰਦੇ ਨੇ ਕਿ ਜਦੋਂ ਅੱਖ ਖੁੱਲ੍ਹਦੀ ਤਾਂ ਇੱਕਦਮ ਮਤ ਉੱਠੋ, ਉਹ ਸਰੀਰ ਵਾਸਤੇ ਠੀਕ ਨਹੀਂ ਹੁੰਦਾ। ਉੱਠਦਿਆਂ ਕੁਝ ਸਮਾਂ ਚੇਤਨਤਾ ਭਰਪੂਰ ਹੋ ਲੈਣ ਦਿਓ। ਜਦੋਂ ਸਰੀਰ ਪੂਰੀ ਤਰ੍ਹਾਂ ਚੇਤਨ ਹੋ ਜਾਏ, ਦਿਮਾਗ ਚੇਤਨ ਹੋ ਜਾਏ, ਫਿਰ ਹੌਲੀ ਦੇ ਨਾਲ ਉੱਠ ਕੇ ਬੈਠੋ। ਇੱਕ ਅੱਧਾ ਮਿੰਟ ਬੈਠੇ ਰਹੋ, ਫਿਰ ਹੌਲੀ ਹੌਲੀ ਤੁਸੀਂ ਆਪਣੇ ਬਿਸਤਰੇ ਤੋਂ ਉੱਠੋ। ਯਕਦਮ ਮਤ ਉੱਠੋ, ਉਸ ਨਾਲ ਬਹੁਤ ਸਾਰੇ ਸਟ੍ਰੋਕ ਪੈਣ ਦਾ ਡਰ ਰਹਿ ਜਾਂਦਾ ਹੈ, ਕਿਉਂਕਿ ਸਰੀਰ ਦਾ ਖੂਨ ਸੰਚਾਰ ਰਾਤ ਬਿਲਕੁਲ ਥਮਿਆ ਹੋਇਆ ਹੁੰਦਾ ਹੈ। ਉਸ ਨੂੰ ਚੱਲਣ 'ਚ ਕੁਝ ਮਿੰਟ ਲੱਗਦੇ ਨੇ। ਉਹ ਜਿਹੜੇ ਕੁਝ ਮਿੰਟ ਨੇ ਨਾ, ਜਿੱਥੇ ਤਨ ਨੇ ਪੂਰੀ ਤਰ੍ਹਾਂ ਐਕਟੀਵੇਟ ਹੋਣਾ ਹੈ, ਮਨ ਐਕਟੀਵੇਟ ਹੋ ਰਿਹਾ ਹੈ, ਅਤੇ ਤੁਸੀਂ ਕੀ ਕਰ ਰਹੇ ਹੋ? ਉਸ ਕੁਝ ਸਮਾਂ ਵਿੱਚ ਹੈ ਜਿਹੜੇ ਸਮਾਂ ਬਹੁਤ ਲਾਹੇਵੰਦ ਹੈ। ਉਹ ਸਮਾਂ ਕੇਵਲ ਸ਼ੁਕਰਾਨੇ ਦਾ ਹੋਣਾ ਚਾਹੀਦਾ ਹੈ। ਉਹ ਸਮਾਂ ਕੇਵਲ ਕਰਤੇ ਦੀ ਯਾਦ ਦਾ ਹੋਣਾ ਚਾਹੀਦਾ ਹੈ, ਕਿਉਂਕਿ ਉਹ ਸਮਾਂ ਬਹੁਤ ਸ਼ਾਂਤ ਹੁੰਦਾ ਹੈ। ਕਹਿੰਦੇ ਨੇ ਮਨ ਪੂਰੀ ਤਰ੍ਹਾਂ ਉਦੋਂ ਟਿਕਿਆ ਹੋਇਆ ਹੁੰਦਾ ਹੈ। ਜੋ ਖਿਆਲ ਉਦੋਂ ਮਨ 'ਚ ਪਾ ਦੋਗੇ, ਉਹ ਸਾਰਾ ਦਿਨ ਨਾਲ ਤੁਹਾਡਾ ਸਾਥ ਨਿਭਾਉਣਗੇ। ਅਤੇ ਉਹ ਸਮਾਂ ਹੈ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭੜਕੇ ਉੱਠ ਹਰ ਨਾਮ 'ਤੇ ਆਵੈ। ਫਿਰ ਉਦਮ ਕਰੇ, ਫਿਰ ਹੌਲੀ ਹੌਲੀ ਸਰੀਰ ਸੁਚੇਤ ਹੋ ਗਿਆ। ਹੁਣ ਉਦਮ ਕੀਤਾ, ਉਦਮ ਕਰੇ ਭੜਕੇ ਪ੍ਰਭਾਤੀ, ਇਸ਼ਨਾਨ ਕਰੇ। ਫਿਰ ਭਾਈ ਜੋ ਸਰੀਰਕ ਇਸ਼ਨਾਨ ਪਾਨ ਦੀ ਕਿਰਿਆਵਾਂ ਨੇ ਉਹ ਸੋਧੇ ਕਰੇ। ਅੰਮ੍ਰਿਤਸਰ ਨਹਾਵੈ, ਫਿਰ ਅੰਮ੍ਰਿਤਸਰ ਨਹਾਵੇ। ਫਿਰ ਅੰਮ੍ਰਿਤਸਰ ਨਹਾਉਣ ਦਾ ਭਾਵ ਹੈ ਬਾਣੀ ਦੇ ਗਿਆਨ ਦੇ ਮਹਾਨ ਸਾਗਰ ਵਿੱਚ ਇਸ਼ਨਾਨ ਕਰੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਅੱਜ ਇੱਥੇ ਆਪਾਂ ਬੈਠੇ ਹਾਂ, ਇਹ ਅੰਮ੍ਰਿਤਸਰ ਦਾ ਇਸ਼ਨਾਨ ਹੈ। ਅਸੀਂ ਕਈ ਵਾਰ ਗੁਰਬਾਣੀ 'ਚ ਰਾਮਦਾਸ ਸਰੋਵਰ ਨਹਾਤੇ ਪੜ੍ਹਿਆ, ਕਈ ਵਾਰ ਅੰਮ੍ਰਿਤਸਰ ਦੇ ਇਸ਼ਨਾਨ ਦੀ ਗੱਲ ਕੀਤੀ ਪੜ੍ਹੀ। ਪਰ ਚੇਤਾ ਰੱਖਣਾ, ਜਦੋਂ ਅਸੀਂ ਗੁਰਬਾਣੀ ਨੂੰ ਸਰਬਦੇਸ਼ੀ ਅਤੇ ਸਰਬਕਾਲੀ ਪੜ੍ਹਾਂਗੇ ਨਾ, ਉਦੋਂ ਹਰ ਇੱਕ ਜੀਅ ਵਾਸਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਹੁੰਚ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ 'ਚ ਇਸ਼ਨਾਨ ਕਰਨਾ ਸੰਭਵ ਨਹੀਂ ਹੈ। ਬਹੁਤ ਸਾਰੇ ਸਿੱਖ ਨੇ ਸਾਡੇ ਤੋਂ ਜ਼ਿਆਦਾ ਪਿਆਰੇ ਹੋਣਗੇ ਬਾਣੀ ਪੜ੍ਹਨ ਵਾਲੇ, ਹਿਰਦੇ ਦੇ ਸੁਚੇਤ ਚਿੰਤਨ ਕਰਕੇ ਨਿਰਮਲ, ਬਹੁਤ ਇਮਾਨਦਾਰ ਹੋਣਗੇ, ਬੜੇ ਪਿਆਰੇ ਗੁਰੂ ਕੇ ਸਿੱਖ ਨੂੰ, ਪਰ ਸਰੀਰਾਂ ਕਰਕੇ ਹਜ਼ਾਰਾਂ ਮੀਲ ਦੂਰ ਬੈਠੇ ਨੇ। ਉਹ ਰੋਜ਼ਾਨਾ ਨਹੀਂ, ਕਈ ਤਾਂ ਐਸੇ ਨੇ ਜਿਹੜੇ ਸਾਲ ਭਰ 'ਚ ਇੱਕ ਵਾਰ ਵੀ ਨਹੀਂ ਆ ਪਾਉਂਦੇ। ਇਤਨੇ ਦੂਰ ਬੈਠੇ ਨੇ ਕਿ ਵਿਚਾਰੇ ਤਰਸਦੇ ਨੇ ਕਿ ਮਹਾਰਾਜ ਚਲੋ ਕਿਤੇ ਤੇ ਦਰਬਾਰ ਸਾਹਿਬ ਜਾਣ ਦਾ ਵਕਤ ਮਿਲ ਜੇ। ਪਰ ਚੇਤਾ ਰੱਖਣਾ, ਹੁਕਮ ਉਹਨਾਂ ਲਈ ਵੀ ਹੈ, ਰੋਜ਼ਾਨਾ ਅੰਮ੍ਰਿਤਸਰ ਨਹਾਵੈ।
ਉਹਨਾਂ ਲਈ ਵੀ ਅੰਮ੍ਰਿਤ ਸਰਨ ਆਵੇ। ਜਿਹੜਾ ਅੰਮ੍ਰਿਤਸਰ ਹੈ ਅੰਮ੍ਰਿਤ ਦਾ ਸਰੋਵਰ, ਅਤੇ ਅੰਮ੍ਰਿਤ ਦਾ ਸਰੋਵਰ ਕੌਣ ਹੈ? ਅੰਮ੍ਰਿਤ ਕੌਣ? ਗੁਰਬਾਣੀ। ਰੋਜ਼ਾਨਾ ਗੁਰਬਾਣੀ ਦੇ ਅੰਮ੍ਰਿਤ ਸਰੋਵਰ ਚੁੱਭੀਆਂ ਲਾਵੇ। ਕਿਤੇ ਇਸ ਨੂੰ ਅਸੀਂ ਜਦੋਂ ਦਰਸ਼ਨ, ਜਿਹਨੂੰ ਫਿਲਾਸਫੀ ਕਹਿੰਦੇ ਆ, ਫਿਲਾਸਫੀ ਅਤੇ ਮਨੋਵਿਗਿਆਨ ਨੂੰ ਧਰਮ ਖੇਤਰ 'ਚ ਇਕੱਠਾ ਕਰਦੇ ਆ ਨਾ, ਫਿਰ ਗੱਲਾਂ ਕੁਝ ਹੋਰ ਸਪਸ਼ਟ ਹੋਣ ਲੱਗ ਪੈਂਦੀਆਂ ਨੇ। ਤੁਸੀਂ ਜਿੱਥੇ ਵੀ ਕਿਤੇ ਬੈਠੇ ਹੋ, ਕਿਉਂਕਿ ਸਾਡਾ ਸਾਰਾ ਦਾ ਸਾਰਾ ਗਿਆਨ ਕਲਪਨਾ ਦੇ ਸਹਾਰੇ ਚੱਲਦਾ, ਧਿਆਨ ਦੇ ਸਹਾਰੇ ਚੱਲਦਾ। ਜਿੱਥੇ ਬੈਠੇ ਹੋ ਧਿਆਨ ਕਰੋ, ਕਲਪਨਾ ਕਰੋ ਕਿਸੇ ਗੁਰਬਾਣੀ ਦੇ ਅਨੰਤ ਸਾਗਰ ਵਿੱਚ ਬੈਠੇ ਹਾਂ, ਗੁਰੂ ਕੇ ਪਿਆਰ ਵਿੱਚ। ਭਾਵੇਂ ਬੈਠੇ ਆਪਣੇ ਮੰਜੇ 'ਤੇ ਹੋ, ਆਪਣੇ ਬਾਗ ਵਿੱਚ ਹੋ, ਆਪਣੇ ਘਰ ਵਿੱਚ ਹੋ, ਪਰ ਧਿਆਨ ਧਰੇ। ਧਿਆਨ ਧਾਰੋ ਤਹਿਕੋ, ਧਿਆਨ ਉਹਦਾ ਧਰਨਾ ਜਿਹਕੋ ਅਮਿਤੋਜ ਸਭੈ ਜਗ ਛਾਇਓ। ਧਿਆਨ ਕਰਤਾ ਪੁਰਖ ਦਾ, ਅਤੇ ਧਿਆਨ ਨਹੀਂ ਧਰ ਸਕਦੇ ਕਿ ਵੀ ਹਾਂ ਮੈਂ ਦਰਬਾਰ ਸਾਹਿਬ ਗਿਆ ਹੋਇਆ, ਮੈਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਬੈਠਾ, ਆਨੰਦ ਸ਼ਾਂਤ ਵਾਤਾਵਰਣ ਵਿੱਚ, ਉੱਥੇ ਕੀਰਤਨ ਦੀ ਮਿੱਠੀ ਮਿੱਠੀ ਗੂੰਜ ਪੈ ਰਹੀ ਹੈ, ਅਤੇ ਮੇਰੇ ਅੰਦਰ ਹੌਲੀ ਹੌਲੀ ਚੱਲ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਧਿਆਨ ਕਦੇ ਕਰਕੇ ਤੇ ਦੇਖਿਆ ਕਰੀਏ। ਇਹ ਗੁਆਂਢੀਆਂ ਨੇ ਥੋੜ੍ਹਾ ਕਰਨੇ ਆ, ਐਸਾ ਹੀ ਕਰਨਾ ਸਭ ਕੁਛ। ਜਿਤਨਾ ਕਿਤੇ ਅਭਿਆਸ ਕਰਾਂਗੇ, ਚਿੱਤ ਰੱਖਣਾ, ਉਤਨਾ ਹੀ ਚਿੱਤ ਨਿਰਮਲ ਹੁੰਦਾ ਜਾਏਗਾ। ਕਿਤੇ 2 4 10 20 ਦਿਨ ਦੇ ਅਭਿਆਸ ਸਦਕੇ, ਵੈਸੇ ਤਾਂ ਘੱਟੋ ਘੱਟ 21 22 ਦਿਨ ਲੱਗਦੇ ਨੇ। ਅਭਿਆਸ ਤੋਂ ਬਾਅਦ ਇੱਕ ਦਿਨ ਅਹਿਸਾਸ ਮਿਲੇਗਾ, ਉੱਥੋਂ ਦਾ ਸਰੂਰ, ਉੱਥੋਂ ਦਾ ਠਰੂਰ ਜਿਹੜਾ ਪ੍ਰਾਪਤ ਹੋਵੇਗਾ। ਫਿਰ ਚਿੱਤ ਕਰੇਗਾ ਰੋਜ਼ ਮਿਲੇ। ਇਹ ਠੀਕ ਹੈ, ਰੋਜ਼ ਨਹੀਂ ਮਿਲੇਗਾ, ਪਰ ਚਿੱਤ ਨੂੰ ਚੇਟਕ ਲੱਗ ਜਾਏਗੀ। ਫਿਰ ਹਰ ਰੋਜ਼ ਉੱਠ ਕੇ ਬੈਠਣ ਚਿੱਤ ਕਰੇਗਾ, ਨਹੀਂ ਮੈਂ ਰੋਜ਼ ਬੈਠਾ। ਇਸੇ ਕਰਕੇ ਪਿਆਰੇ ਰੋਜ਼ਾਨਾ ਉੱਠ ਕੇ ਬਹਿ ਜਾਂਦੇ ਨੇ, ਰੋਜ਼ਾਨਾ ਇੱਥੇ ਆ ਕੇ ਬਹਿ ਜਾਂਦੇ ਨੇ। ਇਹ ਠੀਕ ਹੈ, ਰੋਜ਼ ਆਪਾਂ ਨੂੰ ਆਨੰਦ ਨਹੀਂ ਆਉਂਦਾ, ਪਰ ਕਦੇ ਕਦੇ ਜਿਹੜਾ ਆਨੰਦ ਆਉਂਦਾ ਹੈ ਨਾ, ਉਹ ਹੀ ਖਿੱਚ ਕੇ ਲੈ ਆਉਂਦਾ ਹੈ, ਨਿਕਟਤਾ ਦਾ ਅਹਿਸਾਸ ਦੇ ਦਿੰਦਾ। ਕਰਿਆ ਕਰੀਏ। ਮਹਾਰਾਜ ਕਹਿਣ ਲੱਗੇ, ਇਹਦੇ ਨਾਲ ਤਨ ਅਤੇ ਮਨ ਅਰੋਗ ਹੁੰਦਾ ਜੇ, ਇਹਦੇ ਨਾਲ ਤੰਦਰੁਸਤੀ ਮਿਲਦੀ ਜੇ। ਤਨ ਮਨ ਭਏ ਅਰੋਗਾ। ਹੋਰ ਕੀ ਹੁੰਦਾ ਮਹਾਰਾਜ? ਕੇਵਲ ਅਸੀਂ ਤਨ ਮਨ ਦੇ ਅਰੋਗਤਾ ਤੱਕ ਹੀ ਥੋੜ੍ਹਾ ਠਹਿਰੇ ਹਾਂ। ਮਹਾਰਾਜ ਸਾਡਾ ਤਾਂ ਘਰ ਪਰਿਵਾਰ ਹੈ, ਜੀ ਏਜੰਟ ਹੈ, ਬਾਲ ਬੱਚਿਆਂ ਦੀ 100 ਜ਼ਿੰਮੇਦਾਰੀਆਂ ਨੇ, ਉਹ ਵੀ ਤਾਂ ਨਿਭਾਉਣੀਆਂ ਨੇ ਨਾ। ਕਹਿਣ ਲੱਗੇ, ਹਾਂ, ਕੋਟ ਬਿਘਨ ਲਾਤੇ ਪ੍ਰਭ ਸ਼ਰਣਾ। ਜਦੋਂ ਤਨ ਮਨ ਅਰੋਗ ਹੋਇਆ ਹੋਵੇਗਾ ਤੇ ਵਾਕਿਆ ਹੀ ਤੂੰ ਗੁਰੂ ਕੀ ਸ਼ਰਨ ਆ ਜਾਏਗਾ। ਬਿਮਾਰ ਵਿਅਕਤੀ ਤੇ ਕਿਤੇ ਜਾ ਹੀ ਨਹੀਂ ਪਾਉਂਦਾ ਨਾ ਤਨ ਕਰਕੇ ਤੇ ਨਾ ਮਨ ਕਰਕੇ। ਜਿਸ ਦਾ ਤਨ ਬਿਮਾਰ ਹੈ ਉਹ ਵਿਚਾਰਾ ਉਂਝ ਨਹੀਂ ਕਿਤੇ ਘਰੋਂ ਬਾਹਰ ਜਾ ਪਾਉਂਦਾ, ਤੇ ਚੇਤਾ ਰੱਖਣਾ ਜਿਹਦਾ ਮਨ ਬਿਮਾਰ ਹੈ ਉਹ ਵੀ ਆਪਣੇ ਮਨ ਦੇ ਦਾਇਰੇ ਤੋਂ ਬਾਹਰ ਨਹੀਂ ਜਾ ਪਾਉਂਦਾ। ਉਹ ਵਿਚਾਰਾ ਉੱਥੇ ਡਿਪਰੈਸ ਹੋਇਆ ਪਿਆ ਰਹਿੰਦਾ, ਇਹਨੂੰ ਕਈ ਉੱਠ ਨਾ ਪਾਈ, ਉੱਠਿਆ ਨਹੀਂ ਜਾਂਦਾ, ਬੱਤੀ ਨਾ ਜਗਾਇਓ, ਲਾਈਟ ਨਾ ਜਗਾਇਓ, ਗੱਲ ਨਾ ਕਰਿਓ, ਮੈਨੂੰ ਇਕੱਲਾ ਬੈਠੇ ਰਹਿਣ ਦਿਓ। ਇਹ ਬਿਮਾਰ ਮਨ ਦੀ ਹੈ, ਕਮਜ਼ੋਰ ਮਨ ਦੀ ਨਿਸ਼ਾਨੀਆਂ ਨੇ। ਗੁਰੂਦੇਵ ਕਿਰਪਾ ਕਰਨ, ਸਾਡਾ ਸਭ ਦਾ ਮਨ ਤੰਦਰੁਸਤ ਹੋਵੇ, ਤਨ ਤੰਦਰੁਸਤ ਹੋਵਣ, ਅਤੇ ਕੀ ਹੋਵੇਗਾ? ਕੋਟ ਬਿਘਨ ਲਾਥੇ ਪ੍ਰਭ ਸ਼ਰਣਾ। ਅਤੇ ਆਪਣੇ ਗੁਰੂ ਪ੍ਰਭੂ ਦੀ ਸ਼ਰਨ ਪ੍ਰਾਪਤ ਕਰੀਏ। ਅਸੀਂ ਸ਼ਰਨ ਵਿੱਚ ਆ ਜਾਈਏ, ਟਿਕ ਜੇ ਬੇਨਤੀ ਕਰਕੇ, ਮਹਾਰਾਜ ਅਸੀਂ ਤੇਰੀ ਸ਼ਰਨ ਆਏ ਹਾਂ, ਜੈਸੇ ਵੀ ਹੈ ਬੁਰੇ ਭਲੇ ਪ੍ਰਭ ਥਾਰੇ। ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਅਸੀਂ ਜੈਸੇ ਵੀ ਹਾਂ ਤੇਰੇ ਹਾਂ, ਐਸੇ ਹੀ ਹਾਂ। ਅਸੀਂ ਦਾਅਵੇ ਨਹੀਂ ਕਰਦੇ ਕਿਸੇ ਬੜੇ ਵੱਡੇ ਬਾਣੀਆਂ ਪੜ੍ਹਦੇ ਹਾਂ, ਅਸੀਂ ਦਾਅਵੇ ਨਹੀਂ ਕਰਦੇ ਕਿਸੇ ਬਹੁਤ ਜਾਪ ਤਾਪ ਪੂਜਾ ਪਾਠ ਕਰਦੇ ਹਾਂ, ਪਰ ਇੱਕ ਬੇਨਤੀ ਹੈ, ਐਸੇ ਹਾਂ ਤੇਰੇ ਹਾਂ। ਅਸੀਂ ਇਸੇ ਕਰਕੇ ਸਾਡੇ ਵਡੇਰੇ ਨੇ ਸਾਨੂੰ ਇਹ ਪੌੜੀ ਦਿੱਤੀ ਹੈ, ਤੂੰ ਠਾਕੁਰ ਤੁਮ ਪਏ ਅਰਦਾਸ। ਮਹਾਰਾਜ ਬਸ ਤੇਰੇ ਕੀ ਅਰਦਾਸ ਹੈ। ਇਹ ਅਰਦਾਸ ਹਮਾਰੀ ਸੁਆਮੀ ਬਿਸਰ ਨਾਹੀ ਸੁਖ ਦਾਤੇ। ਅੱਜ ਕਹਿਣ ਲੱਗੇ, ਫਿਰ ਜਦੋਂ ਸ਼ਰਨ ਆ ਜਾਂਦੇ ਹੋ ਨਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ। ਅਤੇ ਬਿਘਨ ਕੀ? ਰੁਕਾਵਟਾਂ। ਜੀਵਨ ਦੇ ਤਮਾਮ ਰੁਕਾਵਟਾਂ ਹੁੰਦੀਆਂ ਜਿਨ੍ਹਾਂ ਕਰਕੇ ਸਾਡੇ ਕੰਮ ਰਾਸ ਨਹੀਂ ਆਉਂਦੇ। ਆਪਾਂ ਅਕਸਰ ਘਰ ਪਰਿਵਾਰ ਨੇ ਕੀ ਕਰੀਏ, ਕੰਮ ਰਾਸ ਨਹੀਂ ਆਉਂਦੇ, ਕਾਰਜ ਨੇਪਰੇ ਨਹੀਂ ਚੜ੍ਹਦੇ। ਦੁਨੀਆ ਆਪਣੇ ਆਪਣੇ ਤਰੀਕਿਆਂ ਨਾਲ ਉਹਨਾਂ ਦੀ ਵਿਆਖਿਆਵਾਂ ਕਰਦੀ ਹੈ, ਕਿਉਂਕਿ ਦੁਨੀਆ ਕਾਰਨ ਵੀ ਵਿਆਖਿਆ ਕਰ ਸਕਦੀ ਹੈ, ਪਰ ਅਧਿਆਤਮਿਕ ਜੀ ਕਹਿੰਦੇ ਨੇ ਕਾਰਨ ਕਰਤੇ ਦਿਵਸ ਨੇ। ਇਹ ਕਾਰਜ ਇਸ ਕਰਕੇ ਰਾਸ ਨਹੀਂ ਹੋ ਰਹੇ ਕਿ ਜਾਂ ਤੇ ਤੇਰੇ ਭਾਈ ਜਪ 'ਚ ਕਮੀ ਹੈ, ਤੇਰੇ ਚਿੰਤਨ ਦੀ ਨਿਰਮਲਤਾ 'ਚ ਕਮੀ ਹੈ, ਜਿਹਨੂੰ ਅਸੀਂ ਕਹਿੰਦੇ ਕਿਰਪਾ ਦੀ ਕਮੀ ਹੈ। ਤੇਰੇ ਸਿਰ 'ਤੇ ਕਰਤੇ ਨੇ ਕਿਰਪਾ ਦਾ ਹੱਥ ਨਹੀਂ ਰੱਖਿਆ। ਦਾਰਸ਼ਨਿਕ ਤੇ ਕਰਮ ਖੇਤਰੀ ਕਹਿੰਦੇ ਨੇ ਸਮਾਂ ਨਹੀਂ ਅਜੇ ਆਇਆ। ਦਰਅਸਲ ਸਮੇਂ 'ਤੇ ਸਾਨੂੰ ਪਹੁੰਚਣਾ ਪੈਂਦਾ, ਸਾਨੂੰ ਉਸ ਮੁਕਾਮ ਤੱਕ ਜਾਣਾ ਪੈਂਦਾ। ਜਿਵੇਂ ਕਹਿੰਦੇ ਨੇ ਸਿਆਣੇ ਕਿ ਧਰਤੀ ਚੱਲ ਕੇ ਨਹੀਂ ਆਉਂਦੀ, ਮਨੁੱਖ ਨੂੰ ਚੱਲ ਕੇ ਧਰਤੀ 'ਤੇ ਜਾਣਾ ਪੈਂਦਾ।
ਧਰਤੀ 'ਤੇ ਪਹੁੰਚਣਾ ਪੈਂਦਾ, ਸਮਾਂ ਹੋਵੇ, ਮੁਕਾਮ ਧਰਤੀ ਦਾ ਹੋਵੇ, ਅਤੇ ਕਾਰਨ ਫਿਰ ਬਣ ਜਾਂਦਾ ਹੈ। ਫਿਰ ਕੁਛ ਤੀਸਰਾ ਕਰਤੱਵ ਵਾਪਰ ਜਾਂਦਾ ਹੈ। ਜਦੋਂ ਗੁਰੂ ਸ਼ਰਨ ਵਿੱਚ ਆ ਜਾਈਦਾ ਹੈ, ਤਨ ਤੇ ਮਨ ਕਰਕੇ ਟੇਕ ਲੈ ਲਈਦੀ ਹੈ, ਫਿਰ ਵਿਘਨਾਂ ਦਾ ਵਿਨਾਸ਼ ਹੋ ਜਾਂਦਾ ਹੈ। ਅਸੀਂ ਪੜ੍ਹਿਆ ਹੈ, ਆਪਨੇ ਤਾਂ ਬਹੁਤ ਜ਼ਿਆਦਾ ਪੜ੍ਹਿਆ ਹੋਣਾ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦਿਰੜਾਇਆ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਅੱਜ ਕੱਲ੍ਹ ਕੋਟ ਬਿਗਨ ਲਾਤੇ ਪ੍ਰਭ ਸ਼ਰਣਾ। ਜਦੋਂ ਕੋਈ ਜੀ ਮਨ ਕਰਕੇ ਪ੍ਰਭੂ ਦੀ ਸ਼ਰਨ ਪ੍ਰਾਪਤ ਕਰ ਲੈਂਦਾ ਹੈ, ਤਨ ਕਰਕੇ ਸਾਧ ਸੰਗਤ ਦੀ ਸ਼ਰਨ ਪ੍ਰਾਪਤ ਕਰ ਲੈਂਦਾ ਹੈ, ਅਤੇ ਉਹਦੇ ਜ਼ਿੰਦਗੀ ਦੇ ਵਿਘਨ ਵਿਨਾਸ਼ ਲੱਗ ਪੈਂਦੇ ਨੇ। ਨਤੀਜਾ ਕੀ ਮਿਲਦਾ ਹੈ? ਪ੍ਰਗਟੇ ਭਲੇ ਸੰਜੋਗਾ। ਫਿਰ ਭਲੇ ਸੰਜੋਗ ਪ੍ਰਗਟ ਹੁੰਦੇ ਨੇ। ਸ਼੍ਰੀ ਜਪਜੀ ਸੱਚ ਬਹੁਤ ਬਾਰੀਕ ਜਿਹਾ ਇੱਕ ਸੂਤਰ ਹੈ। ਸੰਸਾਰ ਦੀ ਜੋ ਜੀਵਨ ਮੰਡਲ ਦੀ ਕਾਰਵਾਈ ਹੈ ਨਾ, ਜਿੱਥੇ ਜੀਵਨਾਂ 'ਚ ਵਿਛੜਨਾ ਅਤੇ ਮਿਲਣਾ ਹੈ, ਇਹ ਸਾਰੀ ਕਾਰਵਾਈ ਨੂੰ ਮਹਾਰਾਜ ਨੇ 2 ਸ਼ਬਦਾਂ 'ਚ ਬੰਨ੍ਹ ਦਿੱਤਾ ਹੈ, ਸੰਜੋਗ ਵਿਜੋਗ ਦੋਏ ਕਾਰ ਚਲਾਵਹਿ। ਸੰਸਾਰ ਦਾ ਜਿਤਨਾ ਕਾਰ ਵਿਹਾਰ ਦਾ ਸਿਲਸਿਲਾ ਹੈ, ਇਹ ਸੰਜੋਗਾਂ ਕਰਕੇ ਹੈ, ਵਿਜੋਗਾਂ ਕਰਕੇ ਹੈ। ਅਸੀਂ ਮਿਲਣ ਅਤੇ ਵਿਛੜਨ ਨੂੰ ਸੰਸਾਰ ਦੇ ਤਮਾਮ ਕਾਰਨਾਂ ਦੇ ਨਾਲ ਫਿਰ ਦੁਹਰਾ ਵਿਆਖਿਆ ਕਰਾਂਗੇ, ਇਸ ਕਾਰਨ ਵਿਛੜੇ, ਇਸ ਕਾਰਨ ਮਿਲੇ, ਪਰ ਨਹੀਂ, ਸੰਜੋਗ ਸਨ ਤਦ ਮਿਲੇ ਅਤੇ ਵਿਜੋਗ ਸੀ ਤਾਂ ਵਿਛੜਿਆ। ਆਪਾਂ ਇੱਥੇ ਬੈਠੇ ਹਾਂ, ਇਸ ਸਮੇਂ ਸਾਡਾ ਇਤਨੇ ਜੀਆਂ ਦਾ ਇਹ ਸੰਜੋਗ ਹੈ ਕਿ ਇਸ ਖਾਸ ਨਿਯਤ ਸਮੇਂ 'ਤੇ ਇਤਨੇ ਫਲਾਂ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਇਕੱਠੇ ਬੈਠ ਕੇ ਬਾਣੀ ਪੜ੍ਹਨੀ ਸੁਣੀ। ਇਹ ਸੰਜੋਗ ਹੈ, ਔਰ ਇਹ ਵਿਜੋਗ ਨਾਲ ਹੀ ਚੱਲਦਾ ਹੈ। ਜਿਸ ਦਾ ਵਿਜੋਗ ਪ੍ਰਗਟ ਹੋ ਜਾਣਾ ਹੈ, ਉਸਨੇ ਮੱਥਾ ਟੇਕ ਕੇ ਉੱਠਦੇ ਤੁਰੇ ਜਾਣਾ। ਅਸੀਂ ਕੀ ਲੱਖ ਬਹਿ ਜਾਓ ਬਹਿ ਜਾਓ ਬਹਿ ਜਾਓ, ਨਹੀਂ, ਉਹਨੇ ਚਲੇ ਜਾਣਾ। ਅਤੇ ਕਿਸੇ ਨੂੰ ਨਾਮ ਹੀ ਕਹੋ ਨਾ ਬੈਠੋ ਬੈਠੋ, ਉਹਨੂੰ ਤਦ ਵੀ ਬੈਠੇ ਰਹਿਣਾ, ਕਿਉਂਕਿ ਉਹਦੇ ਸੰਜੋਗ ਨੇ। ਇਸੇ ਤਰ੍ਹਾਂ ਪਰਿਵਾਰਾਂ ਵਿੱਚ ਹੈ, ਜਿਨ੍ਹਾਂ ਜੀਆਂ ਦਾ ਸਾਡੇ ਨਾਲ ਸੰਜੋਗ ਹੁੰਦਾ ਹੈ, ਉਹ ਪਰਿਵਾਰ 'ਚ ਕਿਸੇ ਨਾ ਕਿਸੇ ਢੰਗ ਨਾਲ ਮਿਲਦੇ ਨੇ। ਅਤੇ ਜਦੋਂ ਕਿਤੇ ਵਿਜੋਗ ਪ੍ਰਗਟ ਹੁੰਦਾ ਹੈ, ਲੱਖ ਮਾਪੇ ਭੈਣ ਭਰਾ ਇੱਕ ਦੂਜੇ ਨੂੰ ਕਹਿੰਦੇ ਰਹਿਣ ਵਿੱਚ, ਪਰ ਵਿਛੋੜਾ ਹੋ ਜਾਂਦਾ ਹੈ। ਇਹ ਸੰਜੋਗ ਅਤੇ ਵਿਜੋਗ ਦੀਆਂ ਵਿਆਖਿਆਵਾਂ ਜੋ ਸਮਝ ਕੇ ਬਹੁਤ ਗਹਿਰੀਆਂ ਦੂਰ ਤੱਕ ਹੁੰਦੀਆਂ। ਮਹਾਰਾਜ ਕਹਿਣ ਲੱਗੇ ਫਿਰ ਭਲੇ ਸੰਜੋਗ ਪ੍ਰਗਟ ਹੋਣ ਲੱਗ ਪੈਂਦੇ, ਵਿਘਨ ਵਿਨਾਸ਼ ਹੋ ਜਾਂਦੇ। ਫਿਰ ਤਾਂ ਭਲੇ ਸੰਜੋਗ, ਭਲੇ ਸੰਜੋਗ ਦਾ ਮਤਲਬ ਫਿਰ ਸਾਨੂੰ ਉਹ ਜੀ ਮਿਲਣ ਲੱਗ ਪੈਂਦੇ ਨੇ ਜੋ ਸਾਡੀ ਹਰ ਪੱਖੋਂ ਮਦਦ ਕਰਨ ਲੱਗ ਪੈਂਦੇ ਨੇ। ਫਿਰ ਕਈ ਵਾਰ ਵੇਖਿਆ ਹੋਣਾ, ਓਪਰਾ ਬੰਦਾ ਵੀ ਆ ਕੇ ਤੁਹਾਡੀ ਮਦਦ ਕਰ ਜਾਂਦਾ ਹੈ, ਜਿਸ ਬੰਦੇ ਦੇ ਬਾਰੇ ਕਿ ਤੁਸੀਂ ਸੋਚਿਆ ਵੀ ਨਹੀਂ ਸੀ ਵੀ ਇਹ ਬੰਦਾ ਮਿਲੇਗਾ ਅਤੇ ਕੰਮ ਕਰੇਗਾ। ਨਹੀਂ, ਉਹ ਕੰਮ ਕਰਦਾ ਹੈ। ਕਈ ਤੇ ਆਪ ਆ ਕੇ ਕਰ ਜਾਂਦੇ ਨੇ, ਕਿਉਂਕਿ ਸੰਜੋਗ ਬਲਵਾਨ ਹੁੰਦੇ ਨੇ, ਵਿਜੋਗ ਵੀ ਬਹੁਤ ਬਲਵਾਨ ਹੁੰਦੇ ਨੇ। ਭਲੇ ਸੰਜੋਗ ਪ੍ਰਗਟ ਹੋ ਜਾਂਦੇ ਨੇ। ਇਸੇ ਕਰਕੇ ਸਾਨੂੰ ਹੁਕਮ ਹੈ, ਜਿੱਥੋਂ ਤੱਕ ਆਪਣੀ ਮੱਤ ਬੁੱਧ ਕੰਮ ਕਰਦੀ ਹੋਵੇ, ਜਿੱਥੋਂ ਤੱਕ ਸਾਡਾ ਆਪਣਾ ਵਸ ਚੱਲਦਾ ਹੋਵੇ, ਕੀ ਕਰੀ ਸੇ ਸੰਜੋਗ ਕਰੋ ਮੇਰੇ ਪਿਆਰੇ। ਜਿੱਥੋਂ ਤੱਕ ਆਪਣਾ ਵਸ ਚੱਲੇ, ਜਿੱਥੋਂ ਤੱਕ ਅਸੀਂ ਕਰ ਸਕਦੇ ਹਾਂ, ਉਹਨਾਂ ਦੇ ਨਾਲ ਸੰਬੰਧ ਬਣਾਈਏ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਉਹਨਾਂ ਦੇ ਨਾਲ ਸੰਬੰਧ ਬਣਾਓ ਜਿਨ੍ਹਾਂ ਦੇ ਨਾਲ ਮਿਲ ਕੇ ਵਾਹਿਗੁਰੂ ਚੇਤੇ ਆਵੇ, ਜਿਨ੍ਹਾਂ ਦੇ ਨਾਲ ਮਿਲਦਿਆਂ ਰੱਬ ਦਾ ਨਾਮ ਚੇਤੇ ਆ ਜੇ। ਸ਼ਾਇਦ ਇਸੇ ਕਰਕੇ ਸਾਡੇ ਵਡੇਰਿਆਂ ਦੇ ਵੇਲੇ ਤੋਂ, ਪਾਤਸ਼ਾਹ ਸਤਿਗੁਰੂ ਦੇ ਵੇਲੇ ਤੋਂ ਇਹ ਗੱਲ ਚੱਲੀ ਵੀ ਜਦੋਂ ਸੰਜੋਗਾਂ ਕਰਕੇ ਮਿਲੀਏ, ਰਾਹ ਗਲੀ ਸੰਜੋਗਾਂ ਕਰਕੇ ਮਿਲੀਏ, ਪਰਿਵਾਰ ਕਰਕੇ ਮਿਲੀਏ, ਸੰਜੋਗ ਕਰਕੇ ਮਿਲੀ ਜਾਏ, ਅਤੇ ਸਭ ਤੋਂ ਪਹਿਲਾਂ ਰਸਨਾ 'ਤੇ ਰੱਬ ਦਾ ਨਾਮ ਆ ਜਾਏ। ਅੱਜ ਜੋ ਫਤਿਹ ਦੀ ਜੁਗਤ ਹੈ, ਇਹੀ ਹੈ ਕਿ ਤੁਸੀਂ ਸੰਜੋਗਾਂ ਕਰਕੇ ਮਿਲੇ ਹੋ। ਸਭ ਤੋਂ ਪਹਿਲਾਂ ਆਪਣੀ ਗੱਲ ਕਰਨ ਤੋਂ ਪਹਿਲਾਂ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈ ਲਿਓ। ਔਰ ਕੇਵਲ ਅਸਾਂ ਦੇ ਘਰ ਹੀ ਨਹੀਂ, ਲਗਭਗ ਹਰ ਮੰਡਲ ਵਿੱਚ ਇਹ ਨੁਕਤਾ ਵਰਤਿਆ ਗਿਆ। ਕੋਈ ਰਾਮ ਰਾਮ ਕਹਿੰਦਾ, ਕੋਈ ਰਾਧੇ ਰਾਧੇ ਕਹਿੰਦਾ, ਕੋਈ ਹੋਰ ਕਹਿੰਦੇ ਹੋਣਗੇ, ਉਹਨਾਂ ਦੇ ਆਪਣੇ ਆਪਣੇ ਤਰੀਕੇ ਨੇ, ਪਰ ਗੱਲ ਇੱਕੋ ਕਰਦੇ ਨੇ। ਕਿਸੇ ਤਰੀਕੇ ਦੇ ਨਾਲ ਉਹ ਕੋਈ ਸ਼ੁਭ ਸ਼ਬਦ, ਕੋਈ ਪਰਮਾਤਮਾ ਦਾ ਨਾਮ ਵਰਤਦੇ ਨੇ, ਜਿਹਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ। ਰਸਨਾ ਤੋਂ ਈਰਖਾ, ਨਿੰਦਾ, ਚੁਗਲੀ, ਕਮ ਸੇ ਕਮ ਪਹਿਲਾ ਬੋਲ ਤੇ ਰਸਨਾ ਤੇ ਚੁਗਲੀ ਦਾ, ਨਿੰਦਾ ਦਾ ਮਾੜਾ ਨਾ ਆਵੇ ਨਾ। ਮਹਾਰਾਜ ਕਹਿਣ ਲੱਗੇ ਪ੍ਰਗਟ ਭਲੇ ਸੰਜੋਗਾ,
ਜਦੋਂ ਵਿਘਨ ਵਿਨਾਸ਼ ਹੁੰਦੇ ਨੇ ਤੇ ਸਮਝ ਲਓ ਚੰਗੇ ਸੰਜੋਗ ਪ੍ਰਗਟ ਹੋਣ ਲੱਗ ਪੈਂਦੇ ਨੇ, ਤੇ ਚੰਗੇ ਸੰਜੋਗ ਫਿਰ ਚੰਗੇ ਬੰਦਿਆਂ ਦੇ ਰਾਹੀਂ ਸਾਡੇ ਕਾਰ ਵਿਹਾਰ ਕਰਨ ਲੱਗ ਪੈਂਦੇ ਨੇ, ਅਸੀਂ ਕਿਨੇ ਕੰਮ ਰਾਸ ਆ ਗਏ। ਇਸ ਕਰਕੇ ਕੀ ਕਰੀਏ? ਸਿਮਰਨ ਤੇ ਕਰਨਾ ਹੈ, ਇਹ ਤੇ ਸਮਝ ਆ ਗਈ ਕਿ ਭਾਈ ਉੱਠ ਕੇ ਇਸ਼ਨਾਨ ਕਰਨਾ ਹੈ ਤੇ ਸਿਮਰਨ ਕਰਨਾ ਹੈ। ਤੇ ਮਹਾਰਾਜ ਫਿਰ ਸਿਮਰਨ ਕਰਦਿਆਂ ਤੇ ਸਿਮਰਨ ਕਿਸੇ ਜਪ ਦਾ ਹੁੰਦਾ ਹੈ, ਕਿਸ ਦਾ ਕੀ ਕਰੀਏ? ਕਹਿਣ ਲੱਗੇ ਪ੍ਰਭ ਬਾਣੀ ਸ਼ਬਦ ਸੁਭਾਖਿਆ। ਸਿਮਰਨ ਕਰਨ 'ਚ ਜੋ ਖਿਆਲ ਵਿਚਾਰ ਚੱਲਣੇ ਨੂੰ ਬਾਣੀ ਦੇ ਹੋਣੇ ਚਾਹੀਦੇ। ਪ੍ਰਭ ਬਾਣੀ, ਪ੍ਰਭੂ ਜੀ ਦੀ ਬਾਣੀ ਸ਼ਬਦ ਕਰਕੇ ਵਰਤਦੀ ਹੈ। ਅਸੀਂ ਸਾਰੇ ਇਸੇ ਕਰਕੇ ਸ਼ਬਦ ਨੂੰ ਗੁਰੂ ਕਹਿੰਦੇ ਹਾਂ, ਕਿਉਂਕਿ ਪ੍ਰਭ ਬਾਣੀ ਸ਼ਬਦ ਸੁਭਾਖਿਆ। ਜਿਵੇਂ ਅਸੀਂ ਕਹਿੰਦੇ ਫਲਾਣੇ ਦੇ ਬੋਲਣੇ, ਅੱਜ ਅਸੀਂ ਕਥਾ ਕਰਦੇ ਕਹਿੰਦੇ ਆ ਮਸਕੀਨ ਸਾਹਿਬ ਜੀ ਨੇ ਆ ਕੇ ਆ ਜੀ, ਜੇ ਦਾਰਸ਼ਨਿਕ ਨੇ ਕੋਈ ਕਹਿੰਦਾ ਅਰਸਤੂ ਨੇ ਆ ਕੇ ਆ ਜੀ, ਟੋਲਸਟਾਏ ਨੇ ਆ ਕੇ ਆ, ਫਲਾਣੇ ਨੇ ਆ ਕੇ ਆ। ਉਹ ਪ੍ਰਭੂ ਨੇ ਕੀ ਕਿਹਾ? ਛੱਡੀ ਇਹਨਾਂ ਸਾਰਿਆਂ ਦੀ ਗੱਲਾਂ, ਗੁਰੂ ਨੇ ਕੀ ਕਿਹਾ? ਗੁਰੂ ਨੇ ਸ਼ਬਦ ਕਹਿਆ, ਗੁਰੂ ਨੇ ਸ਼ਬਦ ਕਹਿਆ, ਸ਼ਬਦ ਸੁਭਾਖਿਆ ਹੈ। ਗੁਰੂ ਨੇ ਸ਼ਬਦ ਸੋਹਣਾ ਆਖਿਆ ਹੈ, ਤੇ ਸ਼ਬਦ ਕੀ ਹੈ? ਆ ਜੋ ਬਾਣੀ ਪੜ੍ਹ ਰਹੇ ਸ਼ਬਦ। ਇਸੇ ਕਰਕੇ ਇਹ ਗੁਰੂ ਸਾਹਿਬ ਜੀ ਆਪ ਕਹਿੰਦੇ ਨਾ, ਹਉ ਆਪਾਂ ਬੋਲ ਨ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਮੈਂ ਆਪ ਨੇ ਆਖਿਆ, ਮੈਨੂੰ ਕਹਿਲਵਾਇਆ ਗਿਆ, ਮੇਰੇ ਤੋਂ ਸੁਭਾਖਿਆ ਹੈ। ਇਹ ਪ੍ਰਭੂ ਦਾ ਹੁਕਮ ਹੈ, ਇਹ ਪ੍ਰਭੂ ਦਾ ਸ਼ਬਦ ਸੁਭਾਖਿਆ ਗਿਆ ਹਨ। ਇਹ ਜੋ ਬਾਣੀ ਹੈ ਸਾਡੇ ਸਰਲ ਤਰੀਕੇ ਨਾਲ ਕਰੀ ਬਾਣੀ ਜੋ ਸੁਭਾਖਿਆ ਹੈ, ਇਸ ਨੂੰ ਕਿੱਦਾਂ ਕਰੇ? ਕਹਿਣ ਲੱਗੇ ਗਾਵੋ, ਸੁਣੋ, ਪੜ੍ਹੋ। ਚੇਤਾ ਰੱਖਣਾ, ਅਸੀਂ ਬਹੁਤਾ ਜ਼ੋਰ ਪੜ੍ਹਨ 'ਤੇ ਲਾਇਆ, ਆਪਾਂ ਨੇ ਬਹੁਤਾ ਜ਼ੋਰ ਪੜ੍ਹਨ 'ਤੇ ਲਾਇਆ ਨਾ, ਪਰ ਮਹਾਰਾਜ ਤੀਜੇ ਥਾਂ 'ਤੇ ਲੈ ਕੇ ਗਏ ਪੜ੍ਹਨ। ਬਹੁਤਾ ਜ਼ੋਰ ਮਹਾਰਾਜ ਦੇ ਗਾਵੋ, ਮਿਲ ਕੇ ਗਾਵਿਆ ਕਰੋ, ਇੱਕ ਤੁਕ ਹੈ ਗਾਇਆ ਕਰੋ। ਸ਼ਾਇਦ ਸੁਣੀ ਤੇ ਗਾਉਂਦਿਆਂ ਕਿਤੇ ਬਾਹਰ ਨਾ ਨਿਕਲ ਜਾਇਆ ਕਰੋ, ਸੁਣਿਆ ਵੀ ਕਰੋ। ਸਿਆਣੇ ਕਹਿੰਦੇ ਨੇ ਤੁਸੀਂ ਆਪ ਇਕੱਲੇ ਬੈਠੇ ਪਾਠ ਕਰਦੇ ਹੋ ਨਾ, ਜਦੋਂ ਮੈਂ ਕਿਤੇ ਘਰ ਪਰਿਵਾਰ 'ਚ ਇਕੱਲੇ ਬੈਠੇ ਪਾਠ ਕਰਦੇ ਹੋ, ਕਿੰਨੀ ਉੱਚੀ ਆਵਾਜ਼ 'ਚ ਪਾਠ ਕਰਿਆ ਕਰੀਏ। ਅਸੀਂ ਤਮਾਮ ਗੱਲਾਂ ਕਰਾਂਗੇ ਉੱਚੀ ਉੱਚੀ ਪਾਠ। ਬਹੁਤੇ ਲੋਕ ਕਹਿੰਦੇ ਉੱਚੀ ਉੱਚੀ ਪਾਠ ਕਰਨਾ ਚਾਹੀਦਾ, ਬੋਲ ਕੇ ਪਾਠ ਕਰਨਾ ਚਾਹੀਦਾ। ਹਾਂਜੀ, ਬੋਲ ਕੇ ਕਿੰਨਾ ਉੱਚੀ, ਜਿਹਦੇ ਨਾਲ ਤੁਸੀਂ ਸੁਣ ਸਕੋ। ਬਸ ਇਤਨਾ ਉੱਚੀ ਬੋਲ ਕੇ ਪਾਠ ਕਰੋ ਜਿਸ 'ਤੇ ਬੋਲੇ ਹੋਏ ਬੋਲ ਨੂੰ ਸਿਰਫ ਤੁਸੀਂ ਸੁਣ ਸਕੋ। ਹੁਣ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਕਿਤਨੀ ਉੱਚੀ ਧੁਨ ਸੁਣਦੇ ਹੋ। ਅਤੇ ਚੇਤਾ ਰੱਖਣਾ, ਜਦੋਂ ਅਸੀਂ ਆਪ ਹੌਲੀ ਹੌਲੀ ਭਾਸ਼ਾ ਦੀ ਜਿਹਨੂੰ ਬਾਣੀ ਕਹਿੰਦੇ, ਗੁਰਬਾਣੀ 'ਚ ਇੱਕ ਸ਼ਬਦ ਹੈ ਨਾ ਬਾਣੀ, 4 ਪ੍ਰਕਾਰ ਦੀ ਬਾਣੀ ਹੁੰਦੀ ਹੈ। ਜਦੋਂ ਜਿਵੇਂ ਮੈਂ ਬੋਲਦਾ, ਇਹ ਵੈਖਰੀ ਬਾਣੀ ਬੋਲ ਰਿਹਾ, ਹੌਲੀ ਹੌਲੀ ਇੱਕ ਬਾਣੀ ਹੁੰਦੀ ਹੈ ਜਿਸ 'ਚ ਆਪ ਨੂੰ ਪਤਾ ਹੁੰਦਾ ਅਸੀਂ ਕੀ ਪੜ੍ਹਦੇ ਪਏ ਹਾਂ, ਸਿਰਫ ਬੁੱਲ ਫਰਕਦੇ ਨੇ, ਪੂਰਾ ਸ਼ਬਦ ਉਚਾਰਨ ਹੋ ਰਿਹਾ। ਬਹੁਤ ਕੰਨ ਲਾ ਕੇ ਕੋਈ ਸੁਣੇਗਾ ਅਤੇ ਸਾਡੇ ਬੋਲ ਸਾਡੇ ਕੰਨ ਤੱਕ ਸੁਣਾਈ ਦੇ ਰਹੇ ਨੇ। ਉਹ ਮੱਧਮਾਂ ਤੱਕ ਹੁੰਦੀ ਹੈ, ਪਰ ਪਛੰਤੀ 'ਚ ਹੁੰਦੀ ਹੈ। ਤੁਸੀਂ ਇੰਨਾ ਵੀ ਕਰ ਸਕਦੇ, ਤੁਹਾਡੇ ਬੁੱਲ ਵੀ ਨਾ ਫਰਕਦੇ ਹੋਣ, ਪਰ ਤੁਹਾਨੂੰ ਪਤਾ ਹੈ ਤੁਸੀਂ ਕੀ ਪੜ੍ਹਦੇ ਪਏ ਹੋ। ਉੱਥੇ ਸਭ ਤੋਂ ਵੱਧ ਮਿਹਨਤ ਲੱਗਦੀ ਹੈ। ਉੱਚੀ ਉੱਚੀ ਬੋਲਣ 'ਚ ਕੋਈ ਮਿਹਨਤ ਨਹੀਂ ਲੱਗਦੀ। ਗੁਟਕਾ ਸਾਹਿਬ ਹੱਥ ਵਿੱਚ ਹੈ, ਉੱਚੀ ਉੱਚੀ ਬੋਲ ਕੇ ਪੜ੍ਹ ਰਹੇ ਹਾਂ, ਮਨ ਕੁਝ ਹੋਰ ਕਰਦਾ, ਅਸੀਂ ਕੁਝ ਹੋਰ ਕਰੀ ਜਾਂਦੇ ਹਾਂ। ਦੂਸਰੇ ਪੱਧਰ 'ਤੇ ਵੀ ਕੋਈ ਬਹੁਤਾ ਮਿਹਨਤ ਖਰਚ ਨਹੀਂ ਹੁੰਦੀ, ਪਰ ਤੀਸਰੇ ਪੱਧਰ 'ਤੇ ਜਾ ਕੇ ਸਮਾਂ ਲੱਗਦਾ ਹੈ। ਬੋਲ ਬੋਲਣੇ ਨਹੀਂ, ਬੁੱਲ ਫਰਕਦੇ ਨਹੀਂ, ਪਰ ਤੁਹਾਨੂੰ ਪਤਾ ਹੈ ਤੁਕ ਕਿਹੜੀ ਪੜ੍ਹਦੇ ਪਏ ਆ। ਉਹ ਤੁਕ ਕੀ ਸੁਣਦੇ ਪਏ ਹੋ, ਉਹ ਫਿਰ ਸ਼ਾਂਤੀ ਚਾਹੀਦੀ, ਉੱਥੇ ਵਾਤਾਵਰਨ 'ਚ ਆਰਾਮ ਚਾਹੀਦਾ, ਆਨੰਦ ਚਾਹੀਦਾ, ਉੱਥੇ ਟਿਕਾਓ ਚਾਹੀਦੇ, ਸ਼ਾਂਤ ਵਾਤਾਵਰਨ 'ਚ। ਆਪ ਹੀ ਪਤਾ ਹੈ ਪੜ੍ਹ ਰਹੇ ਹਾਂ, ਪਤਾ ਹੈ ਕੀ ਪੜ੍ਹ ਰਹੇ ਹਾਂ ਅਤੇ ਕੀ ਸੁਣ ਰਹੇ ਹਾਂ। ਇਸੇ ਕਰਕੇ ਸਭ ਤੋਂ ਵੱਧ ਬਲ ਸਾਡੇ ਵਿੱਚ ਸੁਣਨ 'ਤੇ ਹੈ, ਗਾਵਣ 'ਤੇ ਅਤੇ ਸੁਣਨ 'ਤੇ ਸਭ ਤੋਂ ਵੱਧ ਸਾਨੂੰ ਹੁਕਮ ਹੈ। ਜਪਜੀ ਸਾਹਿਬ ਜੀ ਕੀ ਪੌੜੀਆਂ ਪੜ੍ਹਾਂਗੇ ਅਤੇ ਸਭ ਤੋਂ ਪਹਿਲਾਂ ਕੀ ਹੈ ਭਾਈ, ਸੁਣਿਆ ਕਰੋ। ਸੁਣਨ ਤੋਂ ਬਾਅਦ ਫਿਰ ਉਸਨੂੰ ਮੰਨਿਆ ਕਰੋ। ਅਤੇ ਬਹੁਤਾ ਸੰਗਤ ਵਿੱਚ ਕੀ ਹੈ, ਗਾਵੋ, ਗਾਵੋ ਸੱਚੀ ਬਾਣੀ। ਇਹ ਸੁਣਦੇ ਨਾ, ਗਾਵੋ ਸੱਚੀ ਬਾਣੀ। ਅੱਜ ਕੱਲ੍ਹ ਇਹ ਸ਼ਬਦ ਬਾਣੀ ਜਿਹੜੇ ਨਾ, ਗਾਵੋ ਅਤੇ ਗਾਉਂਦੇ ਹੋਏ ਕਿਤੇ ਵਿੱਚੋਂ ਆਪ ਕਲਪਨਾਵਾਂ ਦੇ ਡੋਰੀਆਂ 'ਚ ਨਾ ਚਲੇ ਜਾਣਾ। ਜਿਵੇਂ ਨਮਾਜ਼ ਪੜ੍ਹਦਾ ਕੋਈ ਬਾਜ਼ਾਰ ਚਲਾ ਗਿਆ ਅਤੇ ਕੋਈ ਨਮਾਜ਼ ਪੜ੍ਹਦਾ ਘਰ ਚਲਾ ਗਿਆ। ਅਸੀਂ ਵੀ ਇੱਦਾਂ ਹੀ ਕਰਦੇ ਹਾਂ, ਅਰਦਾਸ ਕਰਦੇ ਹੁੰਦੇ ਹਾਂ, ਜਪਜੀ ਸਾਹਿਬ ਪਾਠ ਕਰਦੇ ਹੁੰਦੇ ਹਾਂ, ਕਦੇ ਬਾਜ਼ਾਰ 'ਚ ਹੁੰਦੇ ਅਤੇ ਕਦੇ ਘਰ ਵਿੱਚ ਹੁੰਦੇ ਹਾਂ। ਨਹੀਂ, ਉਦੋਂ ਸੁਣੀਏ ਜੋ ਗਾਇਆ ਜਾ ਰਿਹਾ। ਗਾਵੋ, ਸੁਣੋ, ਪੜ੍ਹੋ। ਕਦੋਂ ਕਰੀਏ? ਨਿਤ ਭਾਈ। ਇਹ ਹੈ ਤੁਹਾਡਾ ਨਿਤਨੇਮ, ਇਹ ਨਿਤ ਕਰਨਾ ਭਾਈ।
ਬਾਣੀ ਨੂੰ ਨਿੱਤ ਗਾਉਣਾ ਹੈ, ਬਾਣੀ ਨੂੰ ਨਿੱਤ ਸੁਣਨਾ ਹੈ, ਬਾਣੀ ਨੂੰ ਨਿੱਤ ਪੜ੍ਹਨਾ ਹੈ। ਗਾਵੋ ਸੁਣੋ ਪੜ੍ਹੋ ਨਿਤ ਭਾਈ। ਪਤਾ ਕਿਉਂ? ਗੁਰਪੂਰੈ ਤੂੰ ਰਾਖਿਆ। ਤੈਨੂੰ ਹੁਣ ਤੱਕ ਗੁਰਪੂਰੇ ਨੇ ਰੱਖਿਆ ਏ। ਰੱਖਿਆ ਦਾ ਮਤਲਬ ਜੀਵਨ ਦਿੱਤਾ ਹੋਇਆ। ਅਸੀਂ ਦੋਵੇਂ ਕਿਸੇ ਨੂੰ ਕਹਿੰਦੇ ਲੈ ਤੈਨੂੰ ਘਰ ਰੱਖਿਆ, ਮਹਾਰਾਜ ਨੇ ਸਾਨੂੰ ਆਪਣੇ ਸੰਸਾਰ ਘਰ 'ਚ ਰੱਖਿਆ ਹੋਇਆ। ਜੇ ਮਹਾਰਾਜ ਨਾ ਰੱਖਦੇ ਤੇ ਹੁਣ ਤੱਕ ਹੁੰਦਾ ਸਾਨੂੰ ਕਿਸੇ ਨੇ ਕਬਰ 'ਚ ਸੁੱਟਿਆ ਆਉਣਾ ਸੀ, ਕਿਸੇ 4 ਲੱਕੜਾਂ ਦੇ ਢੇਰ 'ਤੇ ਸਾੜੇ ਆਉਣਾ ਸੀ। ਨਹੀਂ, ਉਹਨੇ ਰੱਖਿਆ ਇਸ, ਉਹਨੇ ਰੱਖਿਆ, ਸਾਡੀ ਰਾਖੀ ਕੀਤੀ, ਸਾਨੂੰ ਬਚਾ ਕੇ ਰੱਖਿਆ ਹੁਣ ਤੱਕ। ਆਪਣਾ ਹੱਥ ਦੇ ਕੇ ਸਾਨੂੰ ਹੁਣ ਤੱਕ ਬਚਾ ਕੇ ਰੱਖਿਆ। ਤੇ ਜੇ ਹੁਣ ਤੱਕ ਬਚਾ ਕੇ ਰੱਖਿਆ ਤੇ ਭਲਿਓ ਤੂੰ ਫਿਰ ਗਾ ਸੁਣ ਤੇ ਪੜ੍ਹ ਆਪਣੇ ਗੁਰ ਕਰਤੇ ਦੀ ਬਾਣੀ, ਕਿਉਂਕਿ ਤੈਨੂੰ ਹੁਣ ਤੱਕ ਉਹਨੇ ਜੀਵਨ ਦਿੱਤਾ ਹੈ ਤੇ ਤੂੰ ਸ਼ੁਕਰ ਕਰ ਉਹਦਾ। ਗੁਰਪੂਰੈ ਤੂੰ ਰਾਖਿਆ। ਕਿੱਦਾਂ ਕਰਿਆ ਕਰੀ? ਕਹਿਣ ਲੱਗੇ ਫਿਰ ਸੁਣ, ਜਿਸ ਗੁਰ ਕਰਤੇ ਨੇ ਤੈਨੂੰ ਰੱਖਿਆ ਨਾ, ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ। ਉਹ ਅਕਾਲ ਪੁਰਖ ਵਾਹਿਗੁਰੂ ਜੋ ਗੁਰੂ ਰੂਪ ਹੋ ਕੇ ਸਾਡੀ ਰੱਖਿਆ ਕਰਦੇ ਨੇ, ਸਾਚੇ ਸਾਹਿਬ ਨੇ। ਉਹਦੀ ਵਡਿਆਈ ਬਹੁਤ ਅਮਿਤ ਹੈ, ਪਰ ਚੇਤਨਾ ਭਗਤੀ ਵਛਲ ਹੈ, ਪਿਆਰ ਭਗਤੀ ਨੂੰ ਕਰਦਾ ਜੇ। ਸਾਡੇ ਸੁੰਦਰ ਸਰੀਰਾਂ ਨੂੰ ਨਹੀਂ ਕਿ ਸਾਡੇ ਸਰੂਪ ਬੜੇ ਸੋਹਣੇ ਨੇ, ਕੱਪੜੇ ਬੜੇ ਚੰਗੇ ਜੀ, ਨਾ ਇਹਨੂੰ ਕੋਈ ਪਿਆਰ ਨਹੀਂ ਜੇ ਕਰਦੇ ਹੋ। ਪਿਆਰ ਕਰਦੇ ਨੇ ਭਗਤੀ ਨੂੰ। ਦਸ਼ਮੇਸ਼ 'ਚ ਇੱਕ ਬਚਨ ਵਿਸਾਖੀ ਦੇ ਸਮੇਂ 'ਤੇ ਪਾਠ ਕਰਦੇ ਹਾਂ, ਕਈ ਵਾਰ ਸੁਣਿਆ ਹੋਣਾ ਨੇ, ਰਹਿਤ ਪਿਆਰੀ ਮੁਝ ਕੋ। ਅਗਲਾ ਬੜਾ ਭਾਰਾ ਹੈ ਨਾ, ਸਿੱਖ ਪਿਆਰਾ ਨਾ। ਤੂੰ ਆਪਣੇ ਆਪ ਲੱਖ ਵਾਰ ਕਹਿ ਮੈਂ ਤੇਰਾ ਸਿੱਖ ਹਾਂ, ਮੈਂ ਤੇਰਾ ਸਿੱਖ। ਕਹਿਣ ਲੱਗਾ ਤੇਰੇ ਵਰਗੇ ਲੱਖਾਂ ਤੁਰੇ ਫਿਰਦੇ ਨੇ। ਗੱਲ ਹੈ ਕਿ ਤੇਰਾ ਜੀਵਨ ਨਿਰਮਲ ਹੈ, ਕਿ ਤੇਰੇ ਜੀਵਨ 'ਚ ਸਿੱਖੀ ਹੈ, ਕਿ ਤੇਰੇ ਹਿਰਦੇ 'ਚ ਸਿੱਖੀ ਦੇ ਸੰਕਲਪ ਹੈਗੇ ਨੇ, ਕਿ ਤੂੰ ਸਿੱਖੀ ਦੇ ਸੰਕਲਪਾਂ 'ਤੇ ਪਹਿਰਾ ਦੇਣਾ ਹੈ। ਤੇ ਜੇ ਸਿੱਖੀ ਦੇ ਸੰਕਲਪਾਂ 'ਤੇ ਤੂੰ ਪਹਿਰਾ ਦੇਣਾ ਹਿਰਦੇ ਕਰਕੇ, ਤੇ ਤੂੰ ਮੇਰਾ ਸਿੱਖ ਹੈ। ਤੇ ਜੇ ਤੂੰ ਸਿੱਖੀ ਦੇ ਸੰਕਲਪਾਂ 'ਤੇ ਪਹਿਰਾ ਨਹੀਂ ਦੇ ਪਾਇਆ, ਤੇ ਬਾਹਰੋਂ ਜਿਹੋ ਜਿਹੇ ਮਰਜ਼ੀ ਬਣ ਤਣ ਕੇ ਆ ਜਾ, ਇਹ ਸਭ ਸਾਮਾਨ ਬਾਜ਼ਾਰੋਂ ਖਰੀਦੇ, ਤੂੰ ਜਿਹਦੇ ਮਰਜ਼ੀ ਗਲ ਪਾ ਦਿਓ, ਉਹ ਗਲ ਪਾ ਕੇ ਆ ਸਕਦਾ ਕਹੇਗਾ ਮੈਂ ਵੀ ਸਿੱਖਾਂ, ਮੈਂ ਵੀ ਸਿੱਖਾਂ, ਮੈਂ ਵੀ ਸਿੱਖਾਂ। ਹਜ਼ਾਰਾਂ ਤੁਰੇ ਫਿਰਦੇ ਨੇ, ਲੱਖਾਂ ਤੁਰੇ ਫਿਰਦੇ ਹੋਣਗੇ। ਨਾ ਭਾਈ, ਜਿਨ੍ਹਾਂ ਦਾ ਜੀਵਨ ਹੈ ਉਹਨਾਂ ਨੂੰ ਪ੍ਰੇਮ ਕਰਦੇ ਨੇ, ਉਹ ਭਗਤੀ ਨੂੰ ਪ੍ਰੇਮ ਕਰਦੇ ਨੇ, ਸਿੱਖੀ ਨੂੰ ਪ੍ਰੇਮ ਕਰਦੇ ਨੇ। ਇਸ ਕਰਕੇ ਸਿੱਖੀ ਕਮਾਈਏ, ਨਾ ਕਿ ਬਾਹਰਲੇ ਹੋਰ ਕਾਰਕਾਂ ਤੇ ਵਿਸ਼ਲੇਸ਼ਣ ਗੱਲਾਂ ਕਰੀਏ। ਭਗਤੀ ਵਛਲ ਦਿਆਲਾ। ਤੇ ਕਰਦੇ ਕੀ ਨੇ ਵਾਹਿਗੁਰੂ ਜੀ? ਸੰਤਾਂ ਕੀ ਪੈਜ ਰੱਖਦਾ ਆਇਆ। ਕਿਉਂਕਿ ਸੰਤ ਜਿਹੜਾ ਹੈ ਨਾ, ਉਹ ਭਗਤੀ ਕਰਦਾ। ਇੱਥੇ ਸੰਤ ਦਾ ਮਤਲਬ ਕੋਈ ਲਿਬਾਸ ਧਾਰੀ ਨਹੀਂ, ਕੋਈ ਡੇਰੀਦਾਰ, ਕੋਈ ਚੋਲੇ ਵਾਲਾ, ਕੋਈ ਲਿਬਾਸ ਵਾਲਾ, ਕੋਈ ਨੀਲੇ ਚਿੱਟੇ ਤਮਾਮ ਰੰਗਾਂ ਵਾਲਾ ਨਹੀਂ। ਸੰਤ ਉਹ ਹੈ ਜੋ ਭਗਤੀ ਕਰਦਾ ਹੈ। ਤੇ ਭਗਤੀ ਕੋਈ ਕਿਰਿਆ ਨਹੀਂ ਹੈ, ਬਲਕਿ ਹਰ ਕਿਰਿਆ ਸਾਡੀ ਭਗਤੀ ਹੋ ਸਕਦੀ ਹੈ। ਕੋਈ ਵਿਸ਼ੇਸ਼ ਕਿਰਿਆ ਨਹੀਂ ਕਿ ਇੱਥੇ ਪਾਣੀ ਭੇਟਾ ਕਰਾਂਗੇ ਤਾਂ ਹੀ ਅਸੀਂ ਭਗਤ ਹੋਵਾਂਗੇ, ਨਹੀਂ। ਅਗਰ ਕੋਈ ਪਿਆਰ ਦੇ ਨਾਲ ਕਿਸੇ ਨੂੰ ਪਾਣੀ ਪਿਲਾਉਂਦਾ ਹੈ, ਪਿਆਰ ਦੇ ਨਾਲ ਕਿਸੇ ਬੂਟੇ ਨੂੰ ਪਾਣੀ ਪਾ ਦਿੰਦਾ ਹੈ, ਪਿਆਰ ਦੇ ਨਾਲ ਕਿਸੇ ਜੀਵ ਨੂੰ ਪਿਲਾ ਦਿੰਦਾ, ਪਿਆਰ ਦੇ ਨਾਲ ਜੋ ਵੀ ਕਿਰਿਆ ਕਰਦਾ ਹੈ ਭਗਤੀ ਹੁੰਦੀ ਹੈ। ਸਾਡੇ ਘਰ ਇੱਕ ਦੋ ਐਸੇ ਦ੍ਰਿਸ਼ਟਾਂਤ ਨੇ ਜੋ ਪਿਆਰ ਦੇ ਵਿੱਚ ਕੀਤੇ ਗਏ ਨੇ ਤੇ ਗੁਰੂ ਸਾਹਿਬ ਦੇ ਦਰ ਕਰਤੇ ਪ੍ਰਵਾਨ ਚੜੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਖੀਆਂ 'ਚੋਂ ਪੂਰਬ ਦੀਆਂ ਸਾਖੀ 'ਚ ਪੜ੍ਹੇ, ਫਾਗੂ ਚਾਚਾ ਨਾਮ ਦਾ ਇੱਕ ਗੁਰਸਿੱਖ ਹੋਇਆ। ਉਹਨੇ ਪਿਆਰ ਦੇ ਨਾਲ ਗੁਰੂ ਦੇ ਨਾਮ ਦੀ ਉਗਰਾਹੀ ਕੀਤੀ। ਉਹਨੇ ਸਾਰਾ ਜੀਵਨ ਗੁਰੂ ਕੇ ਪਿਆਰ 'ਤੇ ਲਾਇਆ। ਜੋ ਕਿਸੇ ਨੇ ਕਿਹਾ ਉਹਨੇ ਪਿਆਰ ਨਾਲ ਲੈ ਲਿਆ, ਜੋ ਕਿਸੇ ਦਿੱਤਾ ਉਹਨੇ ਗੁਰੂ ਕੇ ਪਿਆਰ ਵਿੱਚ ਲੈ ਲਿਆ, ਸਾਂਭ ਲਿਆ ਤੇ ਗਿਣ ਗਿਣ ਕੇ ਗੁਰੂ ਦਰਬਾਰ ਤੱਕ ਪਹੁੰਚਾਇਆ। ਆਪਣੇ ਵਾਸਤੇ ਸਿਵਾਏ ਭੋਜਨ ਤੋਂ ਹੋਰ ਕੁਝ ਨਾ ਲਿਆ। ਤੇ ਧੰਨ ਗੁਰੂ ਤੇਗ ਬਹਾਦਰ ਪੂਰਬ ਗਏ ਤੇ ਸਭ ਕੁਝ ਜਾ ਕੇ ਧਰ ਦਿੱਤਾ। ਮਹਾਰਾਜ ਕਹਿਣ ਲੱਗੇ ਚਾਚਾ ਇੱਕ ਚੀਜ਼ ਰਹਿ ਗਈ। ਕਹਿਣ ਲੱਗਾ ਮਹਾਰਾਜ ਕਿਹੜੀ ਰਹਿ ਗਈ? ਸਭ ਕੁਝ ਤੇ ਆ ਗਿਆ। ਕਹਿਣ ਲੱਗੇ ਨਹੀਂ, ਅਜੇ ਕੁਛ ਬਾਕੀ ਰਹਿ ਗਿਆ ਸੰਗਤ ਵਿੱਚੋਂ। ਸੰਗਤ ਦੀ ਦਿੱਤੀ ਹੋਈ ਚੀਜ਼ ਤੇਰੇ ਕੋਲ ਅਮਾਨਤ ਹੈ, ਗੁਰੂ ਦੇ ਨਾਂ 'ਤੇ ਤੇਰੇ ਕੋਲ ਆਈ ਹੈ, ਪਰ ਬਾਕੀ ਅਜੇ। ਹੱਥ ਖੜੇ ਕਰਕੇ ਕਹਿਣ ਲੱਗਾ ਮਹਾਰਾਜ ਮੇਰੇ ਚੇਤੇ ਵਿੱਚ ਨਹੀਂ ਹੈ। ਕਹਿਣ ਲੱਗੇ ਸਾਹਮਣੇ ਬੇਰੀ ਦੇ ਬੇਰ, ਇਹ ਵੀ ਤੇ ਤੈਨੂੰ ਮਿਲੇ ਨਾ। ਕਹਿਣ ਲੱਗਾ ਕਿਸ ਬੇਰ ਤੇ ਪਤਾ ਨਹੀਂ। ਮਹਾਰਾਜ ਚੇਤਾ ਕਰਾਇਆ ਬੇਰੀ ਕਦੋਂ ਬੀਜੀ ਸੀ। ਫਿਰ ਚੇਤਾ ਆ ਗਿਆ ਕਿਸੇ ਘਰ ਗੁਰੂ ਦੇ ਨਾਂ 'ਤੇ ਕੁਝ ਲੈਣ ਗਿਆ ਸੀ, ਜਿਵੇਂ ਆਪਾਂ ਗੁਰਾਈ ਕਹਿੰਦੇ ਹਾਂ, ਤੇ ਸਵਾਣੀ ਕਿਸੇ ਗੁਰੂ ਕਲਪੀ ਪਈ ਸੀ। ਉਹਨੇ ਆਪਣੇ ਘਰ ਬੌਕਰ ਫੇਰੀ ਸੀ ਤੇ ਬੇਰ ਦੀਆਂ ਗਿਟਕਾਂ ਸਨ। ਇਹਨੇ ਕਿਹਾ ਸੀ ਭਾਈ ਗੁਰੂ ਕੇ ਨਾਮ 'ਤੇ ਕੁਝ ਦੇ।
तो वो खिजी पई सी किसी गलों क्या कुछ नहीं गा, कहने लगा ना इदा नहीं करीदा, गुरु दे नां ते कुछ दे। उन्हें कूड़ा चुक के झोले च पाता, ले आ लै जा। इन्हें कूड़ा लिया के बाग च बीज दिता, सुटिया नहीं, बाग च पाता, उस बेरी का बेर उगया। कहने लगे भी तो गुरु के नां ते आया ना, ये बेर भी वरताव है। ये भगत जाने जो ये नहीं वेखते की है, गुरु के नां ते है, प्रवान है। ये संत ने इन्हां दी पैज फिर गुरु रखता है। संतां की पैज रखदा आया, आद बिरद प्रतपाला। वो सਦੀव काल तो, क्योंकि दा सुभाव है बिरद है उहदा, अपने भगतां दी लाज रखना। हुणे से सुन के हटिया, हर जुग जुग भगत पाया, पैज रखदा आया राम राजे। इस करके की करिए, कहने लगे हर अमृत नाम भोजन नित पुंचो। प्यारे तुसीं नित अमृत भोजन छकिया करो, जो थाल वितन वस्तु पयु सत संतोख विचारो है ना। जे को खावे जे को पुंचे, हुक्म है रोज पढ़ते हैं। ये अमृत नाम भोजन नित पुंचो, भाई में स्वाद ले लेके रस ले लेके खाया करो। बाणी पढ़न वाले हो, बाणी दे फाहे मत वड्या करो भी इन्ने मिनटां च इन्ने पाठ करने ने, नहीं। एक ठीक है बच्चों की खेडा होणगियां, ये गिणती मिणती वाले होणगे, पर प्रेमियों के खेडे नहीं। प्रेमी तो एक शब्द पढ़ो, प्रेम देना पढ़ो, रस लैके पढ़ो, एक चौपाई पढ़ो, एक अष्टपदी पढ़ो, प्रेम दे रस लैके। हर अमृत नाम भोजन नित पुंचो। महाराज कदों बाणी पढ़िया करिए, कदों छकिया करिए भोजन। आ दुनिया की रोटी भाजन खाण का तो समा होएगा। महाराज सर्ब वेला मुख पावो, ये तो तुहाडे मुख च हर वक्त होना चाहिए है। दुनिया का भोजन तो दिन तो 3 बारी खाओगे, वध तो वध 4 बारी बह जाओगे, पर ये हर वक्त तुहाडे मुख च राम 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 होना चाहिए। वाहिगुरु वाहिगुरु उठत बैठत सोवत तिहाईए मार्ग चलत, हरे हर गई। कौन मना करदा तुरे जांदे हो वाहिगुरु वाहिगुरु जपण तो, कौन मना करदा। कोई गुरबाणी तुक याद है पढ़ते जाओ। सर्व वेला मुख पावो, नतीजा की मिलेगा। कहने लगे जरा मरा ताप सब नाठा। ਜਿਹੜੇ ਇਹ ਕਰ ਬੈਂਦੇ ਜੇ ਅਸੀਂ ਚੰਗੀ ਡਾਈਟ ਲੈਂਦੇ ਨੇ ਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ, ਚੰਗੀ ਖੁਰਾਕ ਖਾਂਦੇ ਤੇ ਬਿਮਾਰੀ ਨੇੜੇ ਨਹੀਂ ਆਉਂਦੀ। ਮਹਾਰਾਜ ਕਹਿੰਦੇ ਅੰਮ੍ਰਿਤ ਭੋਜਨ ਦੀ ਖੁਰਾਕ ਖਾਓਗੇ ਨਾ ਤੇ ਬੁਢਾਪਾ ਨੇੜੇ ਨਹੀਂ ਆਏਗਾ। ਜਰਾ ਕਹਿੰਦੇ ਨੇ ਬੁਢਾਪੇ ਨੂੰ, ਬੁਢਾਪਾ ਇੱਕ ਰੋਗ ਹੈ ਤੇ ਗੁਰਮੁਖਾਂ ਦੇ ਨੇੜੇ ਬੁਢਾਪਾ ਰੋਗ ਨਹੀਂ ਜੇ ਆਉਂਦਾ। ਅਸੀਂ ਇੱਕ ਚੇਤਾ ਰੱਖੀ, ਜਿਹੜੇ ਉਮਰ ਦਰਾਜ਼ ਵੱਡੇ बुढ़े नहीं होना, गुरसिखा ने बुढ़े नहीं होना, चेतना चढ़ती कला च रहना है। क्योंकि गुरमुख बुढ़े कदे नहीं जे होंदे, गुरमुख बुढ़े कदे ना ही, पर किहड़े जिन्हां अंतर सुरत ज्ञान, अंदरली सुरत नूं शब्द नाल जोड़ के रखांगे, फिर जरा बुढ़ापा नेड़े नहीं आएगा, मरा मौत नेड़े नहीं आएगी। ताप सब नाठा, कोई बुखार किसी प्रकार का संताप नेड़े नहीं आएगा। पर की करना पेगा, गुण गोबिंद नित गावो। पर गोबिंद के गुण गावो, भाई गोबिंद के गुण गावो, करना पैना। करदे आखिर ते पहुंचे। सुनी अरदास स्वामी मेरा सर्ब कला बन आई। जदों नित प्रभु का पाठ करते रहे, बाणी जपते रहे, तो कहते प्रभु ने अरदास सुन ली, उन्हें सारियां कला बनाती, सारी बरकतां वरतातियां। सर्ब कला बन आई, क्या देखिया प्रगट भई सगले जुगी अंतर, गुरु नानक की वड्याई। जदों आनंद आ गया, ना बुढ़ापा नेड़े, ना मौत नेड़े, ना दुख नेड़े, ना संताप नेड़े, जीव आत्म पूर्ण चेतन आनंद स्वरूप दे विच है। पता लगा तो मेरे गुरु की वड्याई है, क्योंकि गुरु मेरे बहुत वड्डे ने। गुरु नानक की वड्याई वरतरी, गुरुदेव कृपा करन असीं भी किते इस वड्याई नूं माण सकीए। अपने गुरु नानक की वड्याई जो कहते हैं, सब ते वड्डा सतगुरु नानक जिन कल राखी मेरी। किते असीं इत्थे पहुँच सकी। तेन को बचन प्रवान करना, भुल चुक दी खिमा, आसीस अते प्यार देंदा फतेह बुलावना। वाहिगुरू जी का खालसा, वाहिगुरू जी की फतेह।